ਮੈਂ ਤੇਰੇ ਮਾਂ ਪਿਤਾ ਜੀ ਤੋਂ ਪਰੇਸ਼ਾਨ ਹੋ ਗਈ ਹਾਂ ਰਾਜਵੀਰ। ਮੇਰੇ ਤੋਂ ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ। ਇਹਨਾਂ ਨੂੰ ਝੇਲਦੇ ਮੈਨੂੰ 5 ਸਾਲ ਹੋ ਗਏ ਹਨ, ਪਰ ਬਸ ਹੁਣ ਨਹੀਂ। ਜਾਂ ਤਾਂ ਤੁਸੀਂ ਇਹਨਾਂ ਨੂੰ ਬਿਰਧ ਆਸ਼ਰਮ ਭੇਜੋ ਜਾਂ ਮੈਂ ਪੇਕੇ ਚਲੀ ਜਾਂਦੀ ਹਾਂ। ਰਾਜਵੀਰ ਦੀ ਪਤਨੀ ਸ਼ਿਖਾ ਆਪਣੇ ਪਤੀ ਪਰ ਸੱਸ ਸਹੁਰੇ ਨੂੰ ਲੈ ਕੇ ਭੜਕ ਰਹੀ ਸੀ। ਤਾਂ ਰਾਜਵੀਰ ਕਹਿੰਦਾ ਹੈ, ਮੇਰੀ ਧਰਮ ਪਤਨੀ ਤੂੰ ਤਾਂ ਜਾਣਦੀ ਹੈ ਮੈਂ ਤੇਰੇ ਤੋਂ ਇੱਕ ਪਲ ਵੀ ਦੂਰ ਨਹੀਂ ਰਹਿ ਸਕਦਾ। ਤੂੰ ਪੇਕੇ ਜਾਣੇ ਦੀ ਗੱਲ ਨਾ ਕਰਿਆ ਕਰ ਬਸ। ਤੂੰ ਪੇਕੇ ਜਾਣੇ ਦੀ ਗੱਲ ਕਰਦੀ ਹੈ ਤਾਂ ਮੇਰਾ ਦਿਲ ਬੈਠ ਜਾਂਦਾ ਹੈ। ਤੂੰ ਹੀ ਨਹੀਂ, ਮੈਂ ਖੁਦ ਵੀ ਮਾਂ ਪਿਤਾ ਜੀ ਤੋਂ ਪਰੇਸ਼ਾਨ ਹਾਂ। ਮੈਂ ਤਾਂ ਚਾਹੁੰਦਾ ਹਾਂ ਕਿ ਇੱਕ ਪਲ ਵਿੱਚ ਇਹਨਾਂ ਨੂੰ ਇੱਥੇ ਤੋਂ ਕੱਢ ਦੇਵਾਂ, ਪਰ ਕਿਆ ਕਰਾਂ, ਇੰਨੀ ਆਸਾਨੀ ਨਾਲ ਇਹ ਬੁੱਢੇ ਬਿਰਧ ਆਸ਼ਰਮ ਵਿੱਚ ਜਾਣੇ ਵਾਲੇ ਨਹੀਂ ਹਨ। ਇਹਨਾਂ ਦੇ ਲਈ ਤਾਂ ਕੋਈ ਤਿਗੜਮ ਲਗਾਉਣਾ ਪਵੇਗਾ। ਮੈਨੂੰ ਨਹੀਂ ਪਤਾ ਰਾਜਵੀਰ, ਤੁਸੀਂ ਕਿਆ ਤਿਗੜਮ ਲਗਾਓਗੇ। ਮੈਨੂੰ ਬਸ ਇਹਨਾਂ ਤੋਂ ਛੁਟਕਾਰਾ ਚਾਹੀਦਾ। ਠੀਕ ਹੈ, ਹੁਣ ਤੂੰ ਗੁੱਸਾ ਥੁੱਕ ਦੇ ਬਸ। ਪੁੱਤ ਰਾਜਵੀਰ, ਉਹ ਪੁੱਤ ਰਾਜਵੀਰ। ਰਾਜਵੀਰ ਦੇ ਪਿਤਾ ਜੀ ਕਿਸ਼ਨ ਜੀ ਨੇ ਆਵਾਜ਼ ਲਗਾਈ ਤਾਂ ਰਾਜਵੀਰ ਭੜਕ ਗਿਆ। ਦੇਖੋ, ਇਹ ਡਰਾਮਾ ਹੈ ਇਹਨਾਂ ਦਾ। ਪਤਨੀ ਨਾਲ 2 ਗੱਲਾਂ ਵੀ ਨਹੀਂ ਕਰਨ ਦਿੰਦੇ ਹਨ ਇਹ ਲੋਕ। ਤਾਂ ਹੀ ਤਾਂ ਮੈਂ ਵੀ ਕਹਿੰਦੀ ਹਾਂ, ਇਹਨਾਂ ਦਾ ਜਲਦੀ ਇੰਤਜ਼ਾਮ ਕਰੋ। ਅਤੇ ਤੁਸੀਂ ਹੋ ਕਿ ਦੇਰ ਪਰ ਦੇਰ ਕਰੀ ਜਾ ਰਹੇ ਹੋ। ਪਿਤਾ ਜੀ ਨੇ ਫਿਰ ਆਵਾਜ਼ ਲਗਾਈ। ਰਾਜਵੀਰ ਪੁੱਤ, ਆਇਆ ਗੁੱਸੇ ਵਿੱਚ ਕਹਿੰਦਾ ਹੋਇਆ ਰਾਜਵੀਰ ਮਾਂ ਪਿਤਾ ਜੀ ਦੇ ਕਮਰੇ ਵਿੱਚ ਗਿਆ। ਕਿਆ ਪਰੇਸ਼ਾਨੀ ਹੈ ਤੁਸੀਂ ਲੋਕਾਂ ਦੀ? ਜਦ ਦੇਖੋ ਰਾਜਵੀਰ ਲਗਾਏ ਰੱਖਦੇ ਹੋ। ਕਿਆ ਕਹਿਣਾ ਹੈ ਪੁੱਤ, ਤੂੰ ਕਿਵੇਂ ਗੱਲ ਕਰ ਰਿਹਾ ਹੈ ਆਪਣੇ ਪਿਤਾ ਜੀ ਨਾਲ? ਰਾਜਵੀਰ ਦੀ ਮਾਂ ਸ਼ਾਰਦਾ ਦੇਵੀ ਜੀ ਨੇ ਕਿਹਾ। ਤਾਂ ਰਾਜਵੀਰ ਬੋਲਿਆ, ਮਾਂ ਹੋਰ ਕਿਵੇਂ ਗੱਲ ਕਰਾਂ, ਤੁਸੀਂ ਦੋਵਾਂ ਨੂੰ ਇਹੀ ਕੰਮ ਹੈ। ਉਸਦੀ ਗੱਲ ਕੱਟਦੇ ਹੋਏ ਪਿਤਾ ਜੀ ਬੋਲੇ, ਪੁੱਤ ਅੱਜ ਤੇਰੀ ਛੁੱਟੀ ਹੈ ਤਾਂ ਤੂੰ ਐਸਾ ਕਰ, ਸਾਡੇ ਜੋ ਅਧੂਰੇ ਕੰਮ ਪਏ ਹਨ ਉਹ ਕਰ ਦੇ। ਇੱਕ ਤਾਂ ਤੇਰੀ ਮਾਂ ਦੇ ਦੰਦ ਦਿਖਾਉਣੇ ਹਨ ਅਤੇ ਇੱਕ ਮੇਰੇ ਕੰਨ ਦਿਖਾਉਣੇ ਹਨ। ਤੂੰ ਸਾਨੂੰ ਲੈ ਚੱਲ। ਇੰਨਾ ਸੁਣ ਰਾਜਵੀਰ ਹੋਰ ਵੀ ਜ਼ਿਆਦਾ ਭੜਕ ਗਿਆ। ਤੁਸੀਂ ਦੋਵਾਂ ਨੇ ਮੈਨੂੰ ਸਮਝ ਕਿਆ ਰੱਖਿਆ ਹੈ? ਇੱਕ ਹੀ ਦਿਨ ਦੀ ਛੁੱਟੀ, ਉਸ ਵਿੱਚ ਤੁਸੀਂ ਆਪਣੇ ਕੰਮ ਦੀ ਟੰਗ ਅੜਾ ਦਿੰਦੇ ਹੋ। ਅਤੇ ਪੈਸੇ ਕਿਹੜਾ ਮੇਰੇ ਦਾਦਾ ਜੀ ਆ ਕੇ ਦੇ ਰਹੇ ਹਨ ਮੈਨੂੰ, ਜੋ ਤੁਸੀਂ ਲੋਕ ਇੰਨੇ ਖਰਚੇ ਦੱਸ ਦਿੰਦੇ ਹੋ। ਮੇਰੇ ਕੋਲ ਨਾ ਤਾਂ ਪੈਸੇ ਅਤੇ ਨਾ ਹੀ ਟਾਈਮ ਹੈ। ਪੁੱਤ ਤੂੰ ਕੁਝ ਜ਼ਿਆਦਾ ਨਹੀਂ ਭੜਕ ਰਿਹਾ ਹੈ? ਐਸਾ ਤਾਂ ਕੋਈ ਭਾਰੀ ਕੰਮ ਨਹੀਂ ਦੱਸ ਦਿੱਤਾ ਤੈਨੂੰ। ਹੁਣੇ ਸਾਡੇ ਪੈਰਾਂ ਵਿੱਚ ਤਾਕਤ ਹੈ, ਅਸੀਂ ਖੁਦ ਵੀ ਜਾ ਸਕਦੇ ਹਾਂ ਅਤੇ ਨਾ ਹੀ ਤੇਰੇ ਪੈਸਿਆਂ ਦੀ ਜ਼ਰੂਰਤ ਹੈ ਸਾਨੂੰ। ਤੂੰ ਜਾ ਆਰਾਮ ਫਰਮਾ। ਆਪਣੇ ਪਿਤਾ ਜੀ ਦੀ ਗੱਲ ਸੁਣ। ਰਾਜਵੀਰ ਪੈਰ ਪਟਕਦੇ ਹੋਏ ਆਪਣੇ ਕਮਰੇ ਵਿੱਚ ਚਲਾ ਗਿਆ। ਕਿਸ਼ਨ ਜੀ ਬੈਂਕ ਵਿੱਚ ਜਮ੍ਹਾਂ ਰਕਮ ਨਾਲ ਆਪਣੇ ਅਤੇ ਸ਼ਾਰਦਾ ਜੀ ਦੇ ਖਰਚੇ ਪੂਰੇ ਕਰ ਲਿਆ ਕਰਦੇ ਸੀ। ਚੱਲ ਸ਼ਾਰਦਾ, ਤੂੰ ਤਿਆਰ ਹੋ ਜਾ, ਮੈਂ ਖੁਦ ਤੈਨੂੰ ਲੈ ਕੇ ਚੱਲੂੰਗਾ। ਠੀਕ ਹੈ ਜੀ, ਮੈਂ 2 ਮਿੰਟ ਵਿੱਚ ਤਿਆਰ ਹੁੰਦੀ ਹਾਂ। ਇੰਨਾ ਕਹਿ ਸ਼ਾਰਦਾ ਜੀ ਤਿਆਰ ਹੋ ਗਈ ਅਤੇ ਫਿਰ ਦੋਵੇਂ ਡਾਕਟਰ ਦੇ ਜਾਣੇ ਦੇ ਲਈ ਘਰ ਤੋਂ ਨਿਕਲ ਜਾਂਦੇ ਹਨ। ਉਹਨਾਂ ਦੇ ਘਰ ਤੋਂ ਨਿਕਲਣੇ ਦੇ ਬਾਅਦ ਸ਼ਿਖਾ ਫਿਰ ਤੋਂ ਰਾਜਵੀਰ ਨੂੰ ਬੋਲਣ ਲੱਗਦੀ ਹੈ, ਇਹ ਸਾਨੂੰ ਚੈਨ ਨਾਲ ਨਹੀਂ ਜੀਣ ਦੇਣਗੇ। ਰਾਜਵੀਰ, ਜਲਦੀ ਕੁਝ ਕਰਨਾ ਪਵੇਗਾ। ਹਾਂ ਸ਼ਿਖਾ, ਮੈਂ ਜਲਦੀ ਕੋਈ ਇੰਤਜ਼ਾਮ ਕਰਦਾ ਹਾਂ, ਬਸ ਕੁਝ ਸੁੱਝ ਜਾਣੇ ਦਿਓ ਮੈਨੂੰ। ਜਾਂ ਤੂੰ ਕੌਫੀ ਬਣਾ ਲਿਆ ਵਧੀਆ ਵਾਲੀ। ਠੀਕ ਹੈ, ਲਿਆਉਂਦੀ ਹਾਂ। ਸ਼ਿਖਾ ਕੌਫੀ ਬਣਾਉਣ ਚਲੀ ਜਾਂਦੀ ਹੈ ਅਤੇ ਰਾਜਵੀਰ ਆਪਣਾ ਸ਼ਾਤਿਰ ਦਿਮਾਗ ਲਗਾਉਣ ਲੱਗ ਜਾਂਦਾ ਹੈ ਕਿ ਕਿਆ ਕੀਤਾ ਜਾਵੇ ਜੋ ਇਹਨਾਂ ਬੁੱਢਿਆਂ ਤੋਂ ਪਿੱਛਾ ਛੁੱਟ ਜਾਵੇ। ਉਹ ਬਹੁਤ ਦੇਰ ਸੋਚਦਾ ਰਹਿੰਦਾ ਹੈ। ਇੰਨੇ ਵਿੱਚ ਸ਼ਿਖਾ ਵੀ ਕੌਫੀ ਬਣਾ ਲਿਆਉਂਦੀ ਹੈ। ਸ਼ਿਖਾ, ਤੂੰ ਹੀ ਕੋਈ ਸੁਝਾਅ ਦੇ ਨਾ, ਕਿਆ ਕਰਨਾ ਚਾਹੀਦਾ? ਮੇਰਾ ਸੁਝਾਅ ਹੈ ਦੋਨਾਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਮਾਰ ਦਿੱਤਾ ਜਾਵੇ। ਨਹੀਂ ਯਾਰ, ਐਸਾ ਨਹੀਂ ਕਰ ਸਕਦੇ। ਸਾਰੀ ਜ਼ਿੰਦਗੀ ਜੇਲ੍ਹ ਵਿੱਚ ਚੱਕੀ ਪੀਸਣੀ ਪਵੇਗੀ
ਅਤੇ ਹੈ ਤਾਂ ਮੇਰੇ ਮਾਂ-ਬਾਪ ਹੀ ਯਾਰ। ਕਿਵੇਂ ਜਾਨ ਲੈ ਸਕਦਾ ਹਾਂ ਇਹਨਾਂ ਦੀ? ਤਾਂ ਫਿਰ ਖੁਦ ਹੀ ਦਿਮਾਗ ਲਗਾਓ, ਸ਼ਿਖਾ ਨੇ ਮੂੰਹ ਬਣਾਉਂਦੇ ਹੋਏ ਕਿਹਾ। ਜਦੀ ਕਿਸ਼ਨ ਜੀ ਅਤੇ ਸ਼ਾਰਦਾ ਜੀ ਡਾਕਟਰ ਕੋਲ ਤੋਂ ਆ ਗਏ। ਆਪਣੇ ਕਮਰੇ ਵਿੱਚ ਜਾ ਕੇ ਗੱਲਾਂ ਕਰਨ ਲੱਗੇ। ਚਲੋ ਅੱਜ ਦਾ ਕੰਮ ਤਾਂ ਪੂਰਾ ਹੋਇਆ ਸ਼ਾਰਦਾ, ਹੁਣ 4 ਦਿਨ ਬਾਅਦ ਜਾਣਾ ਹੈ ਤੇਰੇ ਦੰਦ ਬਣਵਾਣੇ। ਮੈਨੂੰ ਵੀ ਇਹ ਦਵਾਈ ਦਿੱਤੀ ਹੈ, ਦੇਖਦਾ ਹਾਂ ਕਿੰਨਾ ਆਰਾਮ ਲੱਗਦਾ ਹੈ। 4 ਦਿਨ ਵਿੱਚ, ਨਹੀਂ ਤਾਂ ਬਸ ਮਸ਼ੀਨ ਹੀ ਬਣਵਾਉਣੀ ਪਵੇਗੀ ਮੈਨੂੰ। ਪਰ ਹੁਣੇ ਤਾਂ ਮੈਨੂੰ ਫਿਰ ਵੀ ਸਹੀ ਸੁਣਦਾ ਹੈ। ਹਾਂ ਜੀ, ਬਸ ਮਸ਼ੀਨ ਹੀ ਬਣਾਉਣੀ ਪਵੇਗੀ। ਕਦੀ-ਕਦੀ ਤੁਹਾਨੂੰ ਬਿਲਕੁਲ ਸੁਣਾਈ ਨਹੀਂ ਦਿੰਦਾ ਹੈ। ਚਲੋ ਦੇਖਦੇ ਹਾਂ 4 ਦਿਨ ਬਾਅਦ। ਮਾਂ-ਪਿਤਾ ਜੀ ਗੱਲਾਂ ਕਰ ਰਹੇ ਸੀ ਅਤੇ ਕਮਰੇ ਦੇ ਬਾਹਰ ਦਰਵਾਜ਼ੇ ਦੇ ਕੋਲ ਖੜ੍ਹਾ ਹੋਇਆ ਰਾਜਵੀਰ ਮਾਂ-ਪਿਤਾ ਜੀ ਦੀ ਗੱਲਾਂ ਸੁਣ ਆਪਣਾ ਖੁਰਾਫਾਤੀ ਦਿਮਾਗ ਲਗਾ ਰਿਹਾ ਸੀ ਕਿ ਕਿਤੇ ਕੋਈ ਸੁਝਾਅ ਮਿਲ ਜਾਏ। ਤਾਂ ਉਹਨਾਂ ਦੀ ਗੱਲਾਂ ਸੁਣ ਉਸ ਨੂੰ ਇੱਕ ਸੁਝਾਅ ਸੁੱਝ ਹੀ ਗਿਆ। ਉਹ ਉੱਥੇ ਤੋਂ ਨਿਕਲ ਆਪਣੇ ਕਮਰੇ ਵਿੱਚ ਆ ਗਿਆ ਅਤੇ ਆਪਣੀ ਪਤਨੀ ਨੂੰ ਫੜ ਕੇ ਇੱਧਰ ਤੋਂ ਉੱਧਰ ਘੁਮਾਉਂਦੇ ਹੋਏ ਬੋਲਿਆ, ਸ਼ਿਖਾ ਸ਼ਿਖਾ ਸ਼ਿਖਾ, ਜਿਸਦਾ ਸਾਨੂੰ ਸੀ ਇੰਤਜ਼ਾਰ, ਜਿਸਦੇ ਲਈ ਸੀ ਦਿਲ ਬੇਕਰਾਰ, ਉਹ ਘੜੀ ਆ ਗਈ ਆ ਗਈ ਆ ਗਈ। ਅਰੇ ਅਰੇ, ਹੋਇਆ ਕਿਆ ਹੈ? ਇਹ ਤਾਂ ਦੱਸੋ, ਬੜੇ ਖੁਸ਼ ਨਜ਼ਰ ਆ ਰਹੇ ਹੋ, ਸ਼ਿਖਾ ਨੇ ਬਹੁਤ ਉਤਸੁਕਤਾ ਨਾਲ ਪੁੱਛਿਆ। ਤਾਂ ਰਾਜਵੀਰ ਬੜੇ ਖੁਸ਼ ਅੰਦਾਜ਼ ਵਿੱਚ ਬੋਲਿਆ, ਸ਼ਿਖਾ ਮੈਨੂੰ ਆਈਡੀਆ ਮਿਲ ਗਿਆ ਹੈ ਇਹਨਾਂ ਬੁੱਢੇ ਮਾਤਾ-ਪਿਤਾ ਤੋਂ ਛੁਟਕਾਰਾ ਪਾਉਣੇ ਦਾ। ਇਹ ਸੁਣ ਸ਼ਿਖਾ ਦੀ ਅੱਖਾਂ ਚਮਕ ਉੱਠੀ, ਬੋਲੀ, ਕਿਆ ਗੱਲ ਕਰ ਰਹੇ ਹੋ? ਕਿਆ ਆਈਡੀਆ ਹੈ? ਮੈਨੂੰ ਵੀ ਦੱਸੋ। ਰਾਜਵੀਰ ਨੇ ਸ਼ਿਖਾ ਦੇ ਕੰਨਾਂ ਵਿੱਚ ਕੁਝ ਕਿਹਾ ਤਾਂ ਸ਼ਿਖਾ ਬੜੀ ਖੁਸ਼ ਹੋ ਗਈ। ਬਸ ਸ਼ਿਖਾ, ਹੁਣ ਤੂੰ ਮਾਂ-ਪਿਤਾ ਜੀ ਨੂੰ ਬੋਤਲ ਵਿੱਚ ਉਤਾਰ ਲਓ ਅਤੇ ਮੈਂ ਵੀ ਆਦਰਸ਼ਵਾਦੀ ਪੁੱਤ ਬਣ ਜਾਂਦਾ ਹਾਂ। ਫਿਰ ਦੇਖਣਾ ਤੂੰ ਕਮਾਲ। ਠੀਕ ਹੈ ਜੀ, ਅੱਜ ਤੋਂ ਸਾਡਾ ਮਿਸ਼ਨ ਸ਼ੁਰੂ। ਦੋਵਾਂ ਨੇ ਹੱਥ ਮਿਲਾਇਆ ਅਤੇ ਆਪਣੇ ਕੰਮ ਵਿੱਚ ਲੱਗ ਗਏ। ਮਾਂ ਜੀ, ਪਿਤਾ ਜੀ, ਮੈਂ ਤੁਹਾਡੇ ਲਈ ਦੁੱਧ ਲੈ ਕੇ ਆਈ ਹਾਂ। ਗਰਮ-ਗਰਮ ਦੁੱਧ ਲਵੋ ਜੀ, ਪੀ ਲਵੋ। ਸ਼ਿਖਾ ਨੇ ਆਪਣੇ ਸੱਸ-ਸਸੁਰ ਨੂੰ ਬੜੇ ਪਿਆਰ ਨਾਲ ਦੁੱਧ ਦਿੰਦੇ ਹੋਏ ਕਿਹਾ। ਤਾਂ ਦੋਵੇਂ ਸ਼ਿਖਾ ਨੂੰ ਆਪਣੀ ਬੁੱਢੀ ਅੱਖਾਂ ਨਾਲ ਬੜੀ ਹੈਰਾਨੀ ਨਾਲ ਸ਼ਿਖਾ ਵੱਲ ਦੇਖਣ ਲੱਗ ਪਏ, ਕਿਉਂਕਿ ਸ਼ਿਖਾ ਦੁੱਧ ਤਾਂ ਕਿਆ ਉਹਨਾਂ ਨੂੰ ਇੱਕ ਗਿਲਾਸ ਪਾਣੀ ਤੱਕ ਨਹੀਂ ਦਿੰਦੀ ਸੀ। ਮਾਂ-ਪਿਤਾ ਜੀ, ਕਿਆ ਸੋਚ ਰਹੇ ਹੋ? ਮੈਂ ਬਹੁਤ ਪਿਆਰ ਨਾਲ ਦੁੱਧ ਲਿਆਈ ਹਾਂ, ਪੀ ਲਵੋ ਜੀ। ਤਾਂ ਫਿਰ ਦੋਵਾਂ ਨੇ ਉਸਦੇ ਹੱਥ ਤੋਂ ਦੁੱਧ ਲਿਆ ਅਤੇ ਪੀਣ ਲੱਗੇ। ਸ਼ਿਖਾ ਦੁੱਧ ਖਤਮ ਹੋਣੇ ਦਾ ਇੰਤਜ਼ਾਰ ਕਰਨ ਲੱਗੀ ਅਤੇ ਦੁੱਧ ਖਤਮ ਹੁੰਦੇ ਹੀ ਗਿਲਾਸ ਇੱਕ ਤਰਫ ਰੱਖ ਮਾਂ ਜੀ ਦੇ ਪੈਰ ਦਬਾਉਣ ਲੱਗੀ। ਇੰਨੇ ਵਿੱਚ ਰਾਜਵੀਰ ਵੀ ਕਮਰੇ ਵਿੱਚ ਆ ਕੇ ਪਿਤਾ ਜੀ ਦੇ ਪੈਰ ਦਬਾਉਣ ਲੱਗਾ। ਤਾਂ ਕਿਸ਼ਨ ਜੀ ਅਤੇ ਸ਼ਾਰਦਾ ਜੀ ਬੜੇ ਹੈਰਾਨ ਹੋ ਰਹੇ ਸੀ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਹੋ ਕਿਆ ਰਿਹਾ ਹੈ। ਸ਼ਿਖਾ ਅਤੇ ਰਾਜਵੀਰ ਨੇ ਥੋੜ੍ਹੀ ਦੇਰ ਪੈਰ ਦਬਾਏ ਅਤੇ ਫਿਰ ਮਾਂ-ਪਿਤਾ ਜੀ ਨੂੰ ਸੁਲਾ ਕੇ ਚੱਲਦੇ ਬਣੇ ਅਤੇ ਕਮਰੇ ਵਿੱਚ ਜਾ ਕੇ ਬੋਲੀ, ਓਫੋ, ਮੈਂ ਤਾਂ ਪਤਾ ਨਹੀਂ ਕਿਵੇਂ ਬਰਦਾਸ਼ਤ ਕਰ ਰਹੀ ਸੀ। ਕੋਈ ਨਹੀਂ ਸ਼ਿਖਾ, 3 ਦਿਨ ਦੀ ਤਾਂ ਗੱਲ ਹੈ, ਫਿਰ ਤਾਂ ਬਸ ਚਾਂਦਨੀ ਰਾਤ ਹੈ। ਦੋਵੇਂ ਗੱਲਾਂ ਕਰਦੇ ਹੋਏ ਸੌ ਜਾਂਦੇ ਹਨ। ਅਗਲੇ ਦਿਨ ਰਾਜਵੀਰ ਦਫ਼ਤਰ ਤੋਂ ਆਉਂਦੇ ਹੋਏ ਮਾਂ ਦੇ ਲਈ ਨਵੀਂ ਸਾੜੀ ਅਤੇ ਪਿਤਾ ਜੀ ਦੇ ਲਈ ਨਵੀਂ ਧੋਤੀ ਲੈ ਕੇ ਆਉਂਦਾ ਹੈ ਅਤੇ ਆਉਂਦੇ ਹੀ ਸਿੱਧਾ ਉਹਨਾਂ ਦੇ ਕਮਰੇ ਵਿੱਚ ਜਾ ਕੇ ਉਹਨਾਂ ਨੂੰ ਦਿਖਾਉਂਦੇ ਹੋਏ ਬੋਲਦਾ ਹੈ, ਦੇਖੋ ਦੇਖੋ ਪਿਤਾ ਜੀ, ਮੈਂ ਤੁਹਾਡੇ ਲਈ ਨਵੇਂ ਕੱਪੜੇ ਲਿਆਇਆ ਹਾਂ। ਸ਼ਾਰਦਾ ਜੀ ਅਤੇ ਕਿਸ਼ਨ ਜੀ ਬੜੇ ਖੁਸ਼ ਹੁੰਦੇ ਹਨ। ਫਿਰ ਰਾਜਵੀਰ ਥੋੜ੍ਹੀ ਦੇਰ ਦੋਵਾਂ ਦੇ ਕੋਲ ਬੈਠ ਕੇ ਆਪਣੇ ਕਮਰੇ ਵਿੱਚ ਆ ਜਾਂਦਾ ਹੈ। ਯਾਰ, ਇਹ ਬੁੱਢੇ ਤਾਂ ਜਾਂਦੇ ਜਾਂਦੇ ਵੀ ਖਰਚਾ ਕਰਵਾ ਰਹੇ ਹਨ, ਸ਼ਿਖਾ ਮੂੰਹ ਬਣਾਉਂਦੇ ਹੋਏ ਕਹਿੰਦੀ ਹੈ। ਕੋਈ ਨਹੀਂ ਡਾਰਲਿੰਗ, ਕੁਝ ਪਾਉਣੇ ਦੇ ਲਈ ਖੋਣਾ ਵੀ ਪੈਂਦਾ ਹੈ, ਰਾਜਵੀਰ ਨੇ ਸੋਫੇ ਪਰ ਬੈਠਦੇ ਹੋਏ ਸ਼ਿਖਾ ਨੂੰ ਕਿਹਾ। ਸ਼ਿਖਾ ਜਾਣਦੀ ਸੀ ਕਿਸ਼ਨ ਜੀ ਨੂੰ ਗੰਨੇ ਦੇ ਰਸ ਦੀ ਖੀਰ ਬਹੁਤ ਪਸੰਦ ਹੈ, ਇਸ ਲਈ ਅਗਲਾ ਪੈਂਤਰਾ ਉਸਨੇ ਗੰਨੇ ਦੀ ਖੀਰ ਬਣਾ ਕੇ ਖੇਲਿਆ।
ਖੀਰ ਲੈ ਕੇ ਪਿਤਾ ਜੀ ਅਤੇ ਮਾਂ ਜੀ ਦੇ ਕਮਰੇ ਵਿੱਚ ਗਈ ਅਤੇ ਚਹਿਕਦੇ ਹੋਏ ਬੋਲੀ, ਪਿਤਾ ਜੀ, ਮੈਨੂੰ ਪਤਾ ਸੀ ਤੁਹਾਨੂੰ ਗੰਨੇ ਦੀ ਖੀਰ ਖਾਣੇ ਦਾ ਬੜਾ ਮਨ ਕਰ ਰਿਹਾ ਹੈ। ਨੂੰ ਤੈਨੂੰ ਕਿਵੇਂ ਪਤਾ ਲੱਗਾ? ਸ਼ਾਰਦਾ ਜੀ ਨੇ ਨੂੰਹ ਤੋਂ ਪੁੱਛਿਆ। ਅਰੇ ਮਾਂ, ਕਿਆ ਤੁਸੀਂ ਵੀ? ਜਦ ਮਾਂ-ਬਾਪ ਬੱਚਿਆਂ ਦੇ ਬਿਨਾਂ ਬੋਲੇ ਉਹਨਾਂ ਦੇ ਮਨ ਦੀ ਹਰ ਇੱਕ ਗੱਲ ਸਮਝਦੇ ਹਨ ਅਤੇ ਸਾਰੀ ਖਵਾਇਸ਼ਾਂ ਪੂਰੀ ਕਰਦੇ ਹਨ, ਉਸੀ ਤਰ੍ਹਾਂ ਬੱਚੇ ਵੀ ਮਾਂ-ਬਾਪ ਦੇ ਮਨ ਦੀ ਗੱਲ ਪੜ੍ਹ ਲੈਂਦੇ ਹਨ। ਬਸ ਮੈਨੂੰ ਆਭਾਸ ਹੋਇਆ ਅਤੇ ਮੈਂ ਪਿਤਾ ਜੀ ਦੇ ਲਈ ਖੀਰ ਬਣਾ ਦਿੱਤੀ। ਨੂੰਹ ਦੀ ਗੱਲ ਸੁਣ ਕਿਸ਼ਨ ਜੀ ਅਤੇ ਸ਼ਾਰਦਾ ਜੀ ਖੁਸ਼ ਹੋ ਗਏ ਅਤੇ ਮਨ ਹੀ ਮਨ ਭਗਵਾਨ ਦਾ ਸ਼ੁਕਰ ਕਰਨ ਲੱਗੇ ਕਿ ਭਗਵਾਨ ਨੇ ਉਹਨਾਂ ਦੇ ਬੱਚਿਆਂ ਨੂੰ ਅਕਲ ਦੇ ਦਿੱਤੀ ਹੈ। ਰਾਜਵੀਰ ਕਿਸ਼ਨ ਜੀ ਅਤੇ ਸ਼ਾਰਦਾ ਜੀ ਦਾ ਇਕਲੌਤਾ ਪੁੱਤ ਹੈ। ਕਿਸ਼ਨ ਜੀ ਦੀ ਪ੍ਰਾਈਵੇਟ ਨੌਕਰੀ ਸੀ, ਜਿਸ ਨਾਲ ਉਹਨਾਂ ਦਾ ਘਰ ਖਰਚ ਸਹੀ ਨਾਲ ਪੂਰਾ ਹੋ ਜਾਂਦਾ ਸੀ। ਸ਼ਾਰਦਾ ਜੀ ਬਹੁਤ ਸਮਝਦਾਰ ਮਹਿਲਾ ਸੀ। ਉਹਨਾਂ ਦਾ ਘਰ ਬਹੁਤ ਛੋਟਾ ਸੀ। ਆਪਣੇ ਪਤੀ ਦੀ ਘੱਟ ਕਮਾਈ ਵਿੱਚ ਵੀ ਘਰ ਖਰਚ ਚੰਗੇ ਨਾਲ ਪੂਰਾ ਕਰ ਲੈਂਦੀ ਸੀ ਅਤੇ ਪਾਈ ਜੋੜ ਉਹਨਾਂ ਨੇ ਜ਼ਮੀਨ ਵੀ ਖਰੀਦ ਲਈ ਸੀ, ਜਿਸ ਪਰ ਉਹਨਾਂ ਨੇ ਆਪਣੇ ਸੁਪਨਿਆਂ ਦਾ ਆਸ਼ੀਆਨਾ ਖੜਾ ਕੀਤਾ। ਰਾਜਵੀਰ ਵੀ ਬਹੁਤ ਛੋਟਾ ਸੀ। ਕਿਸ਼ਨ ਜੀ ਦੀ ਜ਼ਿਆਦਾ ਆਮਦਨੀ ਨਹੀਂ ਸੀ, ਪਰ ਰਾਜਵੀਰ ਦੀ ਪੜ੍ਹਾਈ ਵਿੱਚ ਉਹਨਾਂ ਨੇ ਕੋਈ ਕਮੀ ਨਹੀਂ ਛੱਡੀ। ਉਸ ਨੂੰ ਚੰਗੇ ਸਕੂਲ ਵਿੱਚ ਪੜ੍ਹਾਇਆ, ਫਿਰ ਚੰਗੇ ਕਾਲਜ ਤੋਂ ਪੜ੍ਹਾਇਆ। ਉਸ ਦੀ ਬਿਜਲੀ ਵਿਭਾਗ ਵਿੱਚ ਸਰਕਾਰੀ ਨੌਕਰੀ ਲੱਗ ਗਈ। ਫਿਰ ਉਸ ਦੇ ਲਈ ਕੁੜੀ ਲੱਭੀ। ਦੂਰ ਦੇ ਰਿਸ਼ਤੇਦਾਰਾਂ ਨੇ ਸ਼ਿਖਾ ਦਾ ਸੁਝਾਅ ਦਿੱਤਾ ਤਾਂ ਸ਼ਿਖਾ ਰਾਜਵੀਰ ਅਤੇ ਦੋਵਾਂ ਮਾਤਾ-ਪਿਤਾ ਨੂੰ ਪਸੰਦ ਆ ਗਈ, ਪਰ ਉਹਨਾਂ ਨੂੰ ਨਹੀਂ ਪਤਾ ਸੀ ਮਾਸੂਮ ਜਿਹੀ ਦਿਖਣੇ ਵਾਲੀ ਸ਼ਿਖਾ ਬੇਰਹਿਮ ਹੋਵੇਗੀ। ਉਹ ਗੱਲ-ਗੱਲ ਪਰ ਸੱਸ-ਸਹੁਰੇ ਨੂੰ ਤਾਨੇ ਮਾਰਦੀ ਸੀ ਅਤੇ ਜ਼ਰਾ ਸੀ ਰੋਕ-ਟੋਕ ਪਰ ਪੂਰਾ ਘਰ ਸਿਰ ਪਰ ਚੁੱਕ ਲੈਂਦੀ ਸੀ। ਉਸ ਨੂੰ ਕੁਝ ਕੰਮ ਦੱਸਦੇ ਤਾਂ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੀ ਸੀ। ਕਿਸ਼ਨ ਜੀ ਥੋੜ੍ਹੇ ਗੁੱਸੇ ਦੇ ਸੁਭਾਅ ਵਾਲੇ ਵਿਅਕਤੀ ਸੀ, ਪਰੰਤੂ ਸ਼ਾਰਦਾ ਉਨੀ ਹੀ ਠੰਡੇ ਮਿਜਾਜ ਦੀ ਮਹਿਲਾ ਸੀ। ਉਹ ਹਮੇਸ਼ਾ ਆਪਣੇ ਪਤੀ ਦਾ ਗੁੱਸਾ ਸ਼ਾਂਤ ਕਰ ਦਿੰਦੀ ਸੀ। ਕਿਸ਼ਨ ਜੀ ਨੂੰ ਸ਼ਿਖਾ ਪਰ ਗੁੱਸਾ ਆਉਂਦਾ ਤਾਂ ਸ਼ਾਰਦਾ ਜੀ ਉਹਨਾਂ ਨੂੰ ਬੜੇ ਪਿਆਰ ਨਾਲ ਹੈਂਡਲ ਕਰ ਲੈਂਦੀ ਸੀ। ਰਾਜਵੀਰ ਵਿਆਹ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਦੀ ਕਦਰ ਕਰਦਾ ਸੀ, ਪਰ ਸ਼ਿਖਾ ਨੇ ਉਸ ਨੂੰ ਪੂਰਾ ਆਪਣੇ ਰੰਗ ਵਿੱਚ ਰੰਗ ਲਿਆ ਸੀ। ਆਪਣੀ ਮਿੱਠੀ ਗੱਲਾਂ ਵਿੱਚ ਰਾਜਵੀਰ ਨੂੰ ਹਮੇਸ਼ਾ ਫਸਾ ਕੇ ਰੱਖਦੀ ਸੀ, ਜਿਸ ਨਾਲ ਰਾਜਵੀਰ ਨੂੰ ਬਸ ਹਰ ਜਗ੍ਹਾ ਸ਼ਿਖਾ ਹੀ ਦਿਖਾਈ ਦਿੰਦੀ ਸੀ। ਸ਼ਿਖਾ ਦੀ ਗੱਲਾਂ ਵਿੱਚ ਆ ਕੇ ਰਾਜਵੀਰ ਵੀ ਆਪਣੇ ਮਾਂ-ਪਿਤਾ ਜੀ ਪਰ ਭੜਕਦਾ ਰਹਿੰਦਾ ਸੀ। ਰਾਜਵੀਰ ਰਿਸ਼ਵਤਖੋਰ ਵਿਅਕਤੀ ਸੀ। ਉਹ ਰਿਸ਼ਵਤ ਲਿਆ ਕਰਦਾ ਸੀ। ਬਿਜਲੀ ਵਿਭਾਗ ਵਿੱਚ ਹੋਣੇ ਦਾ ਫਾਇਦਾ ਚੁੱਕਣਾ ਉਸ ਨੂੰ ਚੰਗੇ ਨਾਲ ਆਉਂਦਾ ਸੀ। ਜਿਸ ਕਿਸੇ ਦੇ ਘਰ ਵਿੱਚ ਵੀ ਉਹ ਏਸੀ ਜੈਸੇ ਆਧੁਨਿਕ ਉਪਕਰਨਾਂ ਦੇਖ ਲੈਂਦਾ, ਬਸ ਕੋਈ ਨਾ ਕੋਈ ਬਹਾਨਾ ਕਰ ਉਹ ਲੋਕਾਂ ਨੂੰ ਪਰੇਸ਼ਾਨ ਕਰਕੇ ਉਹਨਾਂ ਨੂੰ ਆਪਣੇ ਅਹੁਦੇ ਦੀ ਧੌਂਸ ਦਿਖਾ ਕੇ ਉਹਨਾਂ ਤੋਂ ਬਿਨਾਂ ਵਜ੍ਹਾ ਤੋਂ ਜੁਰਮਾਨਾ ਵਸੂਲਣ ਪਹੁੰਚ ਜਾਂਦਾ ਸੀ। ਤਾਂ ਉਸ ਦੇ ਪਿਤਾ ਜੀ ਹਮੇਸ਼ਾ ਉਸ ਨੂੰ ਕਿਹਾ ਕਰਦੇ ਸੀ ਕਿ ਪੁੱਤ, ਰਿਸ਼ਵਤ ਲੈਣਾ ਪਾਪ ਹੈ। ਤੂੰ ਰਿਸ਼ਵਤ ਨਾ ਲਿਆ ਕਰ, ਚਾਹੇ ਕੰਮ ਵਿੱਚ ਹੀ ਪੂਰਾ ਕਰ ਲਿਆ ਕਰੋ। ਪਰ ਰਾਜਵੀਰ ਆਪਣੇ ਪਿਤਾ ਜੀ ਦਾ ਵਿਰੋਧ ਕਰਿਆ ਕਰਦਾ ਸੀ। ਮੇਰੀ ਖੁਸ਼ੀਆਂ ਨੂੰ ਦੇਖ ਕੇ ਤੁਹਾਨੂੰ ਜਲਨ ਹੁੰਦੀ ਹੈ। ਤੁਸੀਂ ਨਹੀਂ ਚਾਹੁੰਦੇ ਕਿ ਮੈਂ ਚੰਗਾ ਜੀਵਨ ਜੀਵਾਂ, ਆਪਣੀ ਪਤਨੀ ਦੇ ਨਾਲ ਖੁਸ਼ ਰਹਾਂ। ਹਮੇਸ਼ਾ ਮੇਰੀ ਖੁਸ਼ੀਆਂ ਦੇ ਆੜੇ ਆਉਂਦੇ ਹੋ ਤੁਸੀਂ। ਵਾਰ-ਵਾਰ ਮੈਨੂੰ ਰਿਸ਼ਵਤ ਨੂੰ ਲੈ ਕੇ ਸੁਣਾਉਂਦੇ ਰਹਿੰਦੇ ਹੋ। ਤੁਹਾਨੂੰ ਕਿਆ ਪਰੇਸ਼ਾਨੀ ਹੈ? ਮੈਂ ਕੁਝ ਵੀ ਕਰਾਂ। ਰਾਜਵੀਰ ਦੇ ਇਹ ਕੜਵੇ ਸ਼ਬਦ ਸੁਣ ਕਿਸ਼ਨ ਜੀ ਨੂੰ ਗੁੱਸਾ ਆ ਗਿਆ ਤਾਂ ਉਹਨਾਂ ਨੇ ਰਾਜਵੀਰ ਪਰ ਹੱਥ ਚੁੱਕ ਦਿੱਤਾ। ਇਸ ਗੱਲ ਨੂੰ ਲੈ ਕੇ ਰਾਜਵੀਰ ਆਪਣੇ ਮਾਤਾ-ਪਿਤਾ ਤੋਂ ਕਾਫੀ ਪਰੇਸ਼ਾਨ ਆ ਚੁੱਕਿਆ ਸੀ। ਉੱਪਰ ਤੋਂ ਸ਼ਿਖਾ ਅੱਗ ਵਿੱਚ ਘੀ ਪਾਉਣੇ ਦਾ ਕੰਮ ਕਰਦੀ ਸੀ। ਹੁਣ ਕਿਸ਼ਨ ਜੀ ਅਤੇ ਸ਼ਾਰਦਾ ਜੀ ਚੁੱਪ ਹੋ ਗਏ ਸੀ,
ਪਰ ਮਾਤਾ ਪਿਤਾ ਹੋਣੇ ਦੇ ਨਾਤੇ ਗਲਤ ਗੱਲ ਪਰ ਟੋਕ ਹੀ ਦਿੰਦੇ ਸੀ। ਇਹ ਗੱਲ ਰਾਜਵੀਰ ਅਤੇ ਸ਼ਿਖਾ ਨੂੰ ਬਹੁਤ ਪਰੇਸ਼ਾਨ ਕਰਦੀ ਸੀ, ਜਿਸ ਨਾਲ ਪਰੇਸ਼ਾਨ ਹੋ ਕੇ ਦੋਨੋਂ ਉਹਨਾਂ ਨੂੰ ਘਰ ਤੋਂ ਕੱਢਣਾ ਚਾਹੁੰਦੇ ਸੀ। ਰਾਜਵੀਰ ਹੁਣ ਮਾਂ ਅਤੇ ਪਿਤਾ ਜੀ ਦੇ ਡਾਕਟਰ ਦੀ ਅਗਲੀ ਵਿਜ਼ਿਟ ਦਾ ਇੰਤਜ਼ਾਰ ਕਰ ਰਿਹਾ ਸੀ, ਕਿਉਂਕਿ ਡਾਕਟਰ ਨੇ ਉਹਨਾਂ ਨੂੰ ਫਿਰ ਤੋਂ 4 ਦਿਨ ਬਾਅਦ ਆਉਣੇ ਦੇ ਲਈ ਕਿਹਾ ਸੀ। ਜਿਵੇਂ ਹੀ 3 ਦਿਨ ਬੀਤੇ, ਰਾਜਵੀਰ ਰਾਤ ਵਿੱਚ ਹੀ ਆਪਣੀ ਅਗਲੀ ਵਾਰੀ ਖੇਲਣੇ ਮਾਂ ਪਿਤਾ ਜੀ ਦੇ ਕਮਰੇ ਵਿੱਚ ਗਿਆ ਅਤੇ ਬੋਲਿਆ, ਪਿਤਾ ਜੀ, ਉਸ ਦਿਨ ਦਫ਼ਤਰ ਦੇ ਕੰਮ ਦੀ ਵਜ੍ਹਾ ਨਾਲ ਮੈਂ ਟੈਨਸ਼ਨ ਵਿੱਚ ਸੀ। ਨਾ ਜਾਣੇ ਟੈਨਸ਼ਨ ਵਿੱਚ ਕਿਆ ਪੁੱਠਾ ਸਿੱਧਾ ਬੋਲ ਦਿੱਤਾ ਤੁਹਾਨੂੰ ਮੈਂ। ਪਿਤਾ ਜੀ, ਮੈਨੂੰ ਮਾफ़ ਕਰ ਦਿਓ। ਕੋਈ ਗੱਲ ਨਹੀਂ ਪੁੱਤ, ਐਸਾ ਹੁੰਦਾ ਹੈ, ਬੋਲ ਕੇ ਕਿਸ਼ਨ ਜੀ ਨੇ ਉਸ ਨੂੰ ਮਾफ़ ਕਰ ਦਿੱਤਾ। ਫਿਰ ਰਾਜਵੀਰ ਨੇ ਪੁੱਛਿਆ, ਪਿਤਾ ਜੀ, ਤੁਹਾਨੂੰ ਅਤੇ ਮਾਂ ਨੂੰ ਡਾਕਟਰ ਦੇ ਇੱਥੇ ਵਾਪਿਸ ਕਦ ਜਾਣਾ ਹੈ? ਪੁੱਤ, ਕੱਲ੍ਹ ਹੀ ਬੁਲਾਇਆ ਹੈ ਡਾਕਟਰ ਨੇ, ਸ਼ਾਰਦਾ ਜੀ ਨੇ ਪੁੱਤ ਦੀ ਗੱਲ ਦਾ ਉੱਤਰ ਦਿੱਤਾ। ਰਾਜਵੀਰ ਮਾਂ ਦੇ ਹੱਥ ਪਰ ਹੱਥ ਰੱਖ ਕੇ ਬੋਲਿਆ, ਮਾਂ, ਤੁਹਾਨੂੰ ਅਤੇ ਪਿਤਾ ਜੀ ਨੂੰ ਕੱਲ੍ਹ ਮੈਂ ਖੁਦ ਡਾਕਟਰ ਦੇ ਇੱਥੇ ਲੈ ਕੇ ਜਾਊਂਗਾ, ਪਰ ਉਸ ਤੋਂ ਪਹਿਲਾਂ ਅਸੀਂ ਲੋਕ ਕਿਸੇ ਚੰਗੀ ਜਗ੍ਹਾ ਘੁੰਮਣ ਚੱਲਾਂਗੇ। ਮੇਰਾ ਦੋਸਤ ਦੱਸ ਰਿਹਾ ਸੀ ਕਿ ਕੋਲ ਹੀ ਵਿੱਚ ਇੱਕ ਚੰਗਾ ਰਿਸੋਰਟ ਹੈ। ਪਹਿਲਾਂ ਅਸੀਂ ਲੋਕ ਘੁੰਮਾਂਗੇ, ਫਿਰ ਵਾਪਿਸ ਆਉਂਦੇ ਵਕਤ ਡਾਕਟਰ ਨੂੰ ਦਿਖਾ ਲਵਾਂਗੇ, ਜਾਂ ਪਹਿਲਾਂ ਡਾਕਟਰ ਨੂੰ ਦਿਖਾ ਲਵਾਂਗੇ, ਬਾਅਦ ਵਿੱਚ ਰਿਸੋਰਟ ਚੱਲ ਲਵਾਂਗੇ, ਜਿਵੇਂ ਵੀ ਠੀਕ ਲੱਗੇਗਾ। ਮਾਂ ਪਿਤਾ ਜੀ ਇਹ ਸੋਚ ਕੇ ਖੁਸ਼ ਹੋ ਗਏ ਕਿ ਚਲੋ ਭਗਵਾਨ ਦੀ ਮਿਹਰ ਨਾਲ ਪੁੱਤ ਅਤੇ ਨੂੰਹ ਨੂੰ ਕੁਝ ਅਕਲ ਆ ਗਈ ਹੈ। ਅਗਲੇ ਦਿਨ ਸਭ ਲੋਕ ਗੱਡੀ ਵਿੱਚ ਬੈਠ ਕੇ ਨਿਕਲ ਗਏ, ਜਿਸ ਨਾਲ ਮਾਂ ਪਿਤਾ ਜੀ ਨੂੰ ਸ਼ੱਕ ਨਾ ਹੋਵੇ। ਰਾਜਵੀਰ ਪਹਿਲਾਂ ਉਹਨਾਂ ਨੂੰ ਡਾਕਟਰ ਦੇ ਇੱਥੇ ਲੈ ਕੇ ਗਿਆ। ਦਵਾਈ ਦਵਾ ਕੇ ਗੱਡੀ ਹਾਈਵੇ ਦੀ ਤਰਫ ਘੁਮਾ ਲਈ। ਉਹ ਲੋਕ ਹੁਣ ਕਾਫੀ ਦੂਰ ਨਿਕਲ ਆਏ ਸੀ। ਸ਼ਿਖਾ, ਜੋ ਪਤੀ ਦੇ ਸਾਰੇ ਪਲਾਨ ਵਿੱਚ ਸਾਥ ਦੇ ਰਹੀ ਸੀ, ਨਾਟਕ ਕਰਦੇ ਹੋਏ ਬੋਲੀ, ਜੀ ਕਾਫੀ ਦੇਰ ਹੋ ਗਈ ਹੈ, ਕਦ ਤੱਕ ਪਹੁੰਚ ਜਾਵਾਂਗੇ ਅਸੀਂ ਲੋਕ ਰਿਜ਼ੋਰਟ? ਸ਼ਾਰਦਾ ਜੀ ਅਤੇ ਕਿਸ਼ਨ ਜੀ ਵੀ ਵਾਰ-ਵਾਰ ਰਾਜਵੀਰ ਤੋਂ ਪੁੱਛ ਰਹੇ ਸੀ। ਰਾਜਵੀਰ ਬੋਲਿਆ, ਲੱਗਦਾ ਹੈ ਗਲਤੀ ਨਾਲ ਅਸੀਂ ਗਲਤ ਹਾਈਵੇ ਪਰ ਆ ਗਏ ਹਾਂ, ਤਾਂ ਹੀ ਗੱਡੀ ਕੁੜ-ਕੁੜ ਦੀ ਆਵਾਜ਼ ਕਰਕੇ ਰੁਕ ਜਾਂਦੀ ਹੈ, ਜੋ ਕਿ ਉਹਨਾਂ ਦੇ ਪਲਾਨ ਦਾ ਇੱਕ ਹਿੱਸਾ ਸੀ। ਰਾਜਵੀਰ ਸਟੀਅਰਿੰਗ ਪਰ ਜ਼ੋਰ ਨਾਲ ਹੱਥ ਮਾਰਦਾ ਹੋਇਆ ਕਹਿੰਦਾ ਹੈ, ਸ਼ਿਟ ਯਾਰ, ਹੁਣ ਇਹ ਗੱਡੀ ਵੀ ਇੱਥੇ ਸੁਨਸਾਨ ਰਸਤੇ ਪਰ ਖਰਾਬ ਹੋਣੀ ਸੀ। ਉਹ ਨੀਚੇ ਉਤਰ ਕੇ ਬੋਨਟ ਖੋਲ੍ਹ ਕੇ ਕੁਝ ਚੈੱਕ ਕਰਨੇ ਦਾ ਨਾਟਕ ਕਰਦਾ ਹੈ, ਫਿਰ ਜ਼ੋਰ ਨਾਲ ਬੋਨਟ ਪਟਕਦਾ ਹੈ। ਫਿਰ ਸ਼ਿਖਾ ਅਤੇ ਮਾਤਾ ਪਿਤਾ ਜੀ ਨੂੰ ਕਹਿੰਦਾ ਹੈ, ਗੱਡੀ ਖਰਾਬ ਹੋ ਗਈ ਹੈ, ਲੱਗਦਾ ਹੈ ਮਕੈਨਿਕ ਨੂੰ ਬੁਲਾ ਕੇ ਹੀ ਠੀਕ ਕਰਵਾਉਣੀ ਪਵੇਗੀ। ਮੈਂ ਆਸ-ਪਾਸ ਦੇਖਦਾ ਹਾਂ, ਤੁਸੀਂ ਲੋਕ ਰੁਕੋ, ਕਹਿ ਕੇ ਰਾਜਵੀਰ ਜਾਣੇ ਲੱਗਦਾ ਹੈ। ਜਦੀ ਸ਼ਾਰਦਾ ਜੀ ਕਹਿੰਦੀ ਹਨ ਕਿ ਪੁੱਤ, ਰਸਤਾ ਬੜਾ ਹੀ ਖਤਰਨਾਕ ਲੱਗ ਰਿਹਾ ਹੈ, ਆਰਾਮ ਨਾਲ ਦੇਖਭਾਲ ਕੇ ਜਾਣਾ। ਠੀਕ ਹੈ ਮਾਂ ਜੀ, ਬੋਲ ਕੇ ਰਾਜਵੀਰ ਥੋੜਾ ਆਸ-ਪਾਸ ਦੇਖ ਕੇ ਵਾਪਿਸ ਆ ਜਾਂਦਾ ਹੈ। ਬੋਲਦਾ ਹੈ ਕਿ ਇੱਥੇ ਤਾਂ ਦੂਰ-ਦੂਰ ਤੱਕ ਕੋਈ ਚਿੜੀਆ ਦਾ ਬੱਚਾ ਵੀ ਦਿਖਾਈ ਨਹੀਂ ਦੇ ਰਿਹਾ। ਹੁਣ ਕਿਆ ਹੋਵੇਗਾ ਜੀ, ਰਾਤ ਵੀ ਹੋਣੇ ਨੂੰ ਆਈ ਹੈ। ਸ਼ਿਖਾ ਡਰਦੇ ਹੋਏ ਪੁੱਛਦੀ ਹੈ। ਦੇਖਦਾ ਹਾਂ ਥੋੜਾ ਬਹੁਤ ਸਾਥ ਦੇ ਇਹ ਖਟਾਰਾ ਗੱਡੀ ਤਾਂ ਅਸੀਂ ਜਾ ਕੇ ਮਕੈਨਿਕ ਤੱਕ ਪਹੁੰਚ ਕੇ ਗੱਡੀ ਨੂੰ ਠੀਕ ਕਰਵਾ ਸਕਦੇ ਹਾਂ। ਫਿਰ ਉਹ ਬੋਲਦਾ ਹੈ, ਐਸਾ ਕਰਦੇ ਹਾਂ ਮਾਂ ਪਿਤਾ ਜੀ, ਤੁਸੀਂ ਲੋਕ ਸਾਡਾ ਇੰਤਜ਼ਾਰ ਕਰੋ, ਅਸੀਂ ਗੱਡੀ ਨੂੰ ਕਿਸੇ ਤਰ੍ਹਾਂ ਖਿੱਚ ਕੇ ਠੀਕ ਕਰਵਾ ਕੇ ਲਿਆਉਂਦੇ ਹਾਂ। ਸ਼ਾਰਦਾ ਅਤੇ ਕਿਸ਼ਨ ਜੀ ਕੁਝ ਡਰਦੇ ਹੋਏ ਕਹਿੰਦੇ ਹਨ, ਪੁੱਤ, ਇਹ ਰਸਤਾ ਕੁਝ ਠੀਕ ਨਹੀਂ ਲੱਗ ਰਿਹਾ ਹੈ, ਆਸ-ਪਾਸ ਘਣਾ ਜੰਗਲ ਹੈ, ਤੂੰ ਜਲਦੀ ਗੱਡੀ ਠੀਕ ਕਰਾ ਕੇ ਵਾਪਿਸ ਆਉਣਾ। ਜੀ ਪਿਤਾ ਜੀ, ਅਸੀਂ ਜਲਦੀ ਵਾਪਿਸ ਆਵਾਂਗੇ। ਇੰਨਾ ਕਹਿ ਕੇ ਰਾਜਵੀਰ ਅਤੇ ਸ਼ਿਖਾ ਗੱਡੀ ਨੂੰ ਜ਼ਬਰਦਸਤੀ ਧਕੇਲਣੇ ਦਾ ਨਾਟਕ ਕਰਦੇ ਹੋਏ
ਆਪਣੇ ਬੁੱਢੇ ਮਾਤਾ ਪਿਤਾ ਨੂੰ ਐਸੇ ਸੁਨਸਾਨ ਹਾਈਵੇ ਪਰ ਇਕੱਲੇ ਛੱਡ ਜਾਂਦੇ ਹਨ। ਸ਼ਿਖਾ ਕਹਿੰਦੀ ਹੈ, ਚਲੋ ਆਖਿਰਕਾਰ ਪਿੱਛਾ ਛੁੱਟਿਆ ਇਹਨਾਂ ਬੁੱਢਿਆਂ ਤੋਂ। ਹੁਣ ਜਾ ਕੇ ਮੈਨੂੰ ਸਕੂਨ ਮਿਲਿਆ। ਰਾਜਵੀਰ ਸ਼ਿਖਾ ਦੇ ਗੱਲ ਖਿੱਚ ਕੇ ਕਹਿੰਦਾ ਹੈ, ਡਾਰਲਿੰਗ ਹੁਣ ਤਾਂ ਖੁਸ਼ ਹੈ ਨਾ ਤੂੰ? ਬਹੁਤ ਖੁਸ਼ ਹਾਂ, ਸ਼ਿਖਾ ਵੀ ਚਹਿਕਦੇ ਹੋਏ ਕਹਿੰਦੀ ਹੈ। ਦੂਜੇ ਪਾਸੇ ਸ਼ਾਰਦਾ ਜੀ ਅਤੇ ਕਿਸ਼ਨ ਜੀ ਇਸ ਸੁਨਸਾਨ ਹਾਈਵੇ ਪਰ ਆਪਣੇ ਪੁੱਤ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਕਾਫੀ ਦੇਰ ਹੋ ਜਾਂਦੀ ਹੈ ਪਰ ਰਾਜਵੀਰ ਕਿੱਥੇ ਆਉਣੇ ਵਾਲਾ ਸੀ। ਕਾਫੀ ਦੇਰ ਤੋਂ ਦੋਵੇਂ ਮਾਂ ਪਿਤਾ ਜੀ ਪਰੇਸ਼ਾਨ ਸੀ। ਹੁਣ ਰਾਤ ਵੀ ਕਾਫੀ ਹੋ ਚੱਲੀ ਸੀ। ਇੱਕ ਤਾਂ ਭੁੱਖ ਦੇ ਮਾਰੇ ਦੋਨਾਂ ਦੀ ਜਾਨ ਨਿਕਲ ਰਹੀ ਸੀ, ਉੱਪਰ ਤੋਂ ਸੁਨਸਾਨ ਰਾਤ। ਕਰਨ ਤਾਂ ਕਿਆ ਕਰਨ। ਦੋਵੇਂ ਘਬਰਾਏ ਹੋਏ ਮਾਤਾ ਪਿਤਾ ਜੀ ਉੱਥੇ ਇੱਕ ਪੱਥਰ ਪਰ ਬੈਠ ਜਾਂਦੇ ਹਨ। ਜਦ ਹੀ ਉੱਥੇ ਤੋਂ ਇੱਕ ਪੁਲਿਸ ਅਫਸਰ ਦੀ ਜੀਪ ਗੁਜ਼ਰਦੀ ਹੈ, ਜੋ ਕਿ ਸੀਨੀਅਰ ਪੁਲਿਸ ਆਫਿਸਰ ਭਾਨੂ ਪ੍ਰਤਾਪ ਸਿੰਘ ਦੀ ਸੀ। ਐਸੇ ਰਾਤ ਦੇ ਹਨੇਰੇ ਵਿੱਚ ਇਸ ਸੁਨਸਾਨ ਹਾਈਵੇ ਪਰ ਬੁੱਢੇ ਦੰਪਤੀ ਨੂੰ ਬੈਠੇ ਦੇਖਦੇ ਹਨ ਤਾਂ ਤੁਰੰਤ ਗੱਡੀ ਰੋਕ ਕੇ ਉਤਰ ਕੇ ਉਹਨਾਂ ਦੇ ਕੋਲ ਜਾ ਕੇ ਬੋਲਦੇ ਹਨ, ਅੰਕਲ ਆਂਟੀ ਤੁਸੀਂ ਲੋਕ ਰਾਤ ਨੂੰ ਇਸ ਹਾਈਵੇ ਪਰ ਇਕੱਲੇ ਕਿਆ ਕਰ ਰਹੇ ਹੋ? ਸ਼ਾਰਦਾ ਜੀ ਅਤੇ ਕਿਸ਼ਨ ਜੀ ਨੇ ਸਿੰਘ ਸਾਹਿਬ ਨੂੰ ਸਾਰੀ ਗੱਲ ਦੱਸੀ। ਉਹਨਾਂ ਦੀ ਗੱਲ ਸੁਣ ਕੇ ਸਿੰਘ ਸਾਹਿਬ ਨੂੰ ਬੜੀ ਹੈਰਾਨੀ ਹੋਈ ਅਤੇ ਗੁੱਸਾ ਵੀ ਆਇਆ। ਉਹ ਦੋਨਾਂ ਨੂੰ ਆਪਣੀ ਜੀਪ ਵਿੱਚ ਬਿਠਾ ਆਪਣੇ ਘਰ ਲੈ ਆਏ। ਦੂਜੇ ਪਾਸੇ ਸ਼ਿਖਾ ਰਾਜਵੀਰ ਤੋਂ ਪੁੱਛਦੀ ਹੈ, ਕਿਤੇ ਐਸਾ ਨਾ ਹੋ ਦੋਨੋਂ ਕਿਸੇ ਤੋਂ ਲਿਫਟ ਲੈ ਕੇ ਘਰ ਆ ਟਪਕਣ। ਅਰੇ ਨਹੀਂ ਸ਼ਿਖਾ, ਤੈਨੂੰ ਪਤਾ ਹੈ ਕਿੰਨਾ ਘਣਾ ਜੰਗਲ ਹੈ। ਜਾਂ ਤਾਂ ਉਹਨਾਂ ਨੂੰ ਕੋਈ ਜੰਗਲੀ ਜਾਨਵਰ ਖਾ ਜਾਵੇਗਾ, ਜਾਂ ਚੋਰ ਉਚੱਕੇ ਮਾਰ ਜਾਣਗੇ, ਜਾਂ ਉਹ ਲੋਕ ਭੁੱਖ ਪਿਆਸ ਦੇ ਮਾਰੇ ਦਮ ਤੋੜ ਦੇਣਗੇ। ਰਾਜਵੀਰ ਸ਼ਿਖਾ ਨੂੰ ਸਮਝਾਉਂਦੇ ਹੋਏ ਬੋਲਦਾ ਹੈ। ਦੂਜੇ ਪਾਸੇ ਸ਼ਾਰਦਾ ਜੀ ਅਤੇ ਕਿਸ਼ਨ ਜੀ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹਨਾਂ ਦਾ ਸਗਾ ਪੁੱਤ ਉਹਨਾਂ ਦੇ ਨਾਲ ਐਸਾ ਕਿਵੇਂ ਕਰ ਸਕਦਾ ਹੈ। ਸਿੰਘ ਸਾਹਿਬ ਨੇ ਉਹਨਾਂ ਨੂੰ ਚੁੱਪ ਕਰਵਾਇਆ, ਤਸੱਲੀ ਦਿੱਤੀ ਅਤੇ ਖਾਣਾ ਖਵਾਇਆ। ਫਿਰ ਆਪਣਾ ਪਰਿਚੈ ਦਿੰਦੇ ਹੋਏ ਬੋਲੇ, ਅੰਕਲ ਆਂਟੀ ਮੈਂ ਸੀਨੀਅਰ ਪੁਲਿਸ ਆਫਿਸਰ ਭਾਨੂ ਪ੍ਰਤਾਪ ਸਿੰਘ ਹਾਂ। ਕੁਝ ਮਹੀਨੇ ਪਹਿਲਾਂ ਹੀ ਮੇਰਾ ਤਬਾਦਲਾ ਹੋਇਆ ਹੈ। ਇੱਥੇ ਮੇਰੀ ਫੈਮਿਲੀ ਰਾਏਪੁਰ ਵਿੱਚ ਰਹਿੰਦੀ ਹੈ। ਫਿਰ ਉਹ ਬੋਲੇ, ਅੰਕਲ ਆਂਟੀ ਤੁਸੀਂ ਲੋਕ ਮੇਰੇ ਕੁਆਟਰ ਵਿੱਚ ਆਰਾਮ ਨਾਲ ਰਹੋ। ਹੁਣ ਤੁਸੀਂ ਦੋਨਾਂ ਨੂੰ ਕੋਈ ਚਿੰਤਾ ਕਰਨੇ ਦੀ ਜ਼ਰੂਰਤ ਨਹੀਂ। ਐਸੀ ਸੰਤਾਨ ਦੇ ਨਾਲ ਰਹਿਣੇ ਤੋਂ ਤਾਂ ਚੰਗਾ ਹੈ ਤੁਸੀਂ ਇੱਥੇ ਮੇਰੇ ਕੁਆਟਰ ਵਿੱਚ ਮੇਰੇ ਨਾਲ ਜਦ ਤੱਕ ਚਾਹੋ ਆਰਾਮ ਨਾਲ ਰਹੋ। ਐਸੇ ਨਲਾਇਕ ਪੁੱਤ ਨੂੰ ਦਾ ਕੋਈ ਭਰੋਸਾ ਨਹੀਂ। ਕਿਸ਼ਨ ਜੀ ਅਤੇ ਸ਼ਾਰਦਾ ਜੀ ਦਾ ਰੋ ਰੋ ਕੇ ਬੁਰਾ ਹਾਲ ਸੀ, ਪਰੰਤੂ ਕਿਸ਼ਨ ਜੀ ਆਪਣੀ ਪਤਨੀ ਦੇ ਲਈ ਖੁਦ ਨੂੰ ਸੰਭਾਲਦੇ ਹੋਏ ਹੰਝੂ ਸਾਫ਼ ਕਰਦੇ ਹੋਏ ਸਿੰਘ ਸਾਹਿਬ ਨੂੰ ਦੱਸਦੇ ਹਨ, ਆਪਣੇ ਇਕਲੌਤੇ ਪੁੱਤ ਦੇ ਲਈ ਅਸੀਂ ਕਿਆ ਨਹੀਂ ਕੀਤਾ, ਕਦੀ ਕੋਈ ਕਮੀ ਨਹੀਂ ਹੋਣ ਦਿੱਤੀ। ਥੋੜ੍ਹਾ ਜਿਹਾ ਵੀ ਸਰਦੀ ਖਾਂਸੀ ਹੁੰਦੀ ਤਾਂ ਉਸਦੀ ਮਾਂ ਅਤੇ ਮੈਂ ਪੂਰੀ ਰਾਤ ਜਾਗਦੇ ਸੀ। ਆਪਣੀ ਇੱਛਾਵਾਂ ਨੂੰ ਮਾਰ ਕੇ ਉਸ ਦੀ ਹਰ ਇੱਛਾ ਪੂਰੀ ਕੀਤੀ। ਫਿਰ ਵੀ ਨਾ ਜਾਣੇ ਸਾਡੀ ਪਰਵਰਿਸ਼ ਵਿੱਚ ਕਿਆ ਕਮੀ ਰਹਿ ਗਈ ਜੋ ਉਸਨੇ ਐਸੀ ਨੀਚ ਹਰਕਤ ਸਾਡੇ ਨਾਲ ਕੀਤੀ। ਕਿਸ਼ਨ ਜੀ ਫਿਰ ਬੋਲੇ ਕਿ ਪੁੱਤ ਮੈਂ ਵੀ ਇੱਕ ਪੜ੍ਹਿਆ ਲਿਖਿਆ ਨਾਗਰਿਕ ਹਾਂ। ਮੈਂ ਵੀ ਐਵੇਂ ਚੁੱਪ ਬੈਠਣ ਵਾਲਾ ਨਹੀਂ। ਐਸੀ ਸੰਤਾਨਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ, ਨਹੀਂ ਤਾਂ ਸਾਡੇ ਸਮਾਜ ਨੂੰ ਨੈਤਿਕ ਪਤਨ ਹੋਣੇ ਤੋਂ ਕੋਈ ਵੀ ਨਹੀਂ ਰੋਕ ਸਕਦਾ। ਸਿੰਘ ਸਾਹਿਬ ਵੀ ਇਹੀ ਸੋਚਦੇ ਸੀ ਕਿ ਰਾਜਵੀਰ ਅਤੇ ਸ਼ਿਖਾ ਨੂੰ ਸਜ਼ਾ ਜ਼ਰੂਰ ਮਿਲੇ। ਉਹ ਕਿਸ਼ਨ ਜੀ ਅਤੇ ਸ਼ਾਰਦਾ ਦੇਵੀ ਜੀ ਨੂੰ ਕਹਿਣ ਲੱਗੇ, ਅੰਕਲ ਆਂਟੀ ਸਜ਼ਾ ਦੇਣ ਦੇ ਲਈ ਤਾਂ ਮੈਂ ਉਹਨਾਂ ਨੂੰ ਕੁਝ ਵੀ ਸਜ਼ਾ ਦੇ ਸਕਦਾ ਹਾਂ, ਫੜ ਕੇ ਸਿੱਧਾ ਜੇਲ੍ਹ ਵਿੱਚ ਪਾ ਸਕਦਾ ਹਾਂ, ਪਰੰਤੂ ਅਪਰਾਧੀ ਉਹ ਲੋਕ ਤੁਸੀਂ ਦੋਨਾਂ ਦੇ ਹਨ। ਇਸ ਲਈ ਤੁਸੀਂ ਦੱਸੋ ਕਿ
ਤੁਸੀਂ ਲੋਕ ਕਿਆ ਚਾਹੁੰਦੇ ਹੋ? ਸਿੰਘ ਸਾਹਿਬ ਦੀ ਗੱਲ ਸੁਣ ਕੇ ਸ਼ਾਰਦਾ ਜੀ ਅਤੇ ਕਿਸ਼ਨ ਜੀ ਦੋਵੇਂ ਬੋਲਦੇ ਹਨ, ਪੁੱਤ, ਸਭ ਤੋਂ ਪਹਿਲਾਂ ਸਾਨੂੰ ਆਪਣਾ ਘਰ ਵਾਪਿਸ ਚਾਹੀਦਾ, ਜਿਸ ਘਰ ਤੋਂ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਨਿਕਾਲ ਕੇ ਬੇਸਹਾਰਾ ਛੱਡ ਦਿੱਤਾ ਹੈ। ਸ਼ਾਰਦਾ ਜੀ, ਉਹ ਘਰ ਮੇਰਾ ਅਤੇ ਮੇਰੇ ਪਤੀ ਦਾ ਹੈ। ਅਸੀਂ ਦੋਵਾਂ ਨੇ ਆਪਣੀ ਕੜੀ ਮਿਹਨਤ ਨਾਲ ਬਣਾਇਆ ਹੈ। ਇਸ ਪਰ ਉਹਨਾਂ ਦਾ ਕੋਈ ਅਧਿਕਾਰ ਨਹੀਂ। ਬਾਕੀ ਤੁਸੀਂ ਜੋ ਵੀ ਕਰੋਗੇ, ਅਸੀਂ ਦੋਵਾਂ ਦੀ ਪੂਰੀ ਮਨਜ਼ੂਰੀ ਹੈ ਅਤੇ ਅਸੀਂ ਤੇਰੇ ਨਾਲ ਹਾਂ। ਭਾਨੂ ਪ੍ਰਤਾਪ ਰਾਜਵੀਰ ਦੀ ਸਾਰੀ ਜਾਣਕਾਰੀ ਕਿਸ਼ਨ ਜੀ ਅਤੇ ਸ਼ਾਰਦਾ ਜੀ ਤੋਂ ਲੈ ਲੈਂਦੇ ਹਨ ਅਤੇ ਉਹਨਾਂ ਨੂੰ ਸਬਕ ਸਿਖਾਉਣੇ ਦਾ ਚੰਗਾ ਪਲਾਨ ਬਣਾ ਲੈਂਦੇ ਹਨ ਅਤੇ ਸਾਰੀ ਗੱਲਾਂ ਕਿਸ਼ਨ ਜੀ ਅਤੇ ਸ਼ਾਰਦਾ ਜੀ ਨਾਲ ਡਿਸਕਸ ਕਰਕੇ ਉਹਨਾਂ ਤੋਂ ਮਨਜ਼ੂਰੀ ਵੀ ਲੈ ਲੈਂਦੇ ਹਨ। ਸਿੰਘ ਸਾਹਿਬ ਦੇ ਇੱਥੇ ਜੋ ਮੇਡ ਕੰਮ ਕਰਨੇ ਆਉਂਦੀ ਹੈ, ਉਸ ਨੂੰ ਕਿਸ਼ਨ ਜੀ ਅਤੇ ਸ਼ਾਰਦਾ ਜੀ ਦਾ ਧਿਆਨ ਰੱਖਣੇ ਦੇ ਅਤੇ ਚੰਗੀ ਤਰ੍ਹਾਂ ਖਾਣਾ ਵਾਣਾ ਖਿਲਾਣੇ ਦਾ ਬੋਲ ਕੇ ਸਟੇਸ਼ਨ ਆਪਣੀ ਡਿਊਟੀ ਦੇ ਲਈ ਨਿਕਲ ਜਾਂਦੇ ਹਨ। ਕੁਝ ਦਿਨ ਵਿੱਚ ਉਹ ਰਾਜਵੀਰ ਦੇ ਖਿਲਾਫ ਇੱਕ ਨੋਟਿਸ ਤਿਆਰ ਕਰਦੇ ਹਨ ਅਤੇ ਪੋਸਟ ਦੇ ਜ਼ਰੀਏ ਉਸਦੇ ਘਰ ਭੇਜਦੇ ਹਨ। ਇਸ ਵਿੱਚ ਪੜੋਸ ਦੇ ਸ਼ੁਕਲਾ ਅੰਕਲ, ਕਿਸ਼ਨ ਜੀ ਅਤੇ ਸ਼ਾਰਦਾ ਜੀ ਕਾਫੀ ਦਿਨ ਤੱਕ ਦਿਖਾਈ ਨਾ ਦੇਣੇ ਦੇ ਬਾਅਦ ਰਾਜਵੀਰ ਤੋਂ ਸ਼ਾਰਦਾ ਜੀ ਅਤੇ ਕਿਸ਼ਨ ਜੀ ਬਾਰੇ ਪੁੱਛਦੇ ਹਨ ਤਾਂ ਰਾਜਵੀਰ ਇਹ ਕਹਿ ਕੇ ਟਾਲ ਦਿੰਦਾ ਹੈ ਕਿ ਉਹ ਲੋਕ 4 ਧਾਮ ਦੀ ਯਾਤਰਾ ਕਰਨ ਗਏ ਹਨ। ਐਤਵਾਰ ਦਾ ਦਿਨ ਸੀ। ਰਾਜਵੀਰ ਅਤੇ ਸ਼ਿਖਾ ਨੇ ਘਰ ਪਰ ਪਾਰਟੀ ਰੱਖੀ ਹੋਈ ਸੀ। ਦੋਵੇਂ ਆਪਣੇ ਦੋਸਤਾਂ ਦੇ ਨਾਲ ਲਾਊਡ ਮਿਊਜ਼ਿਕ ਵਜਾ ਕੇ ਨੱਚਣੇ ਗਾਣੇ ਵਿੱਚ ਮਗਨ ਸੀ। ਤਰ੍ਹਾਂ ਤਰ੍ਹਾਂ ਦੇ ਚੰਗੇ ਚੰਗੇ ਪਕਵਾਨ ਟੇਬਲ ਪਰ ਸਜਾਏ ਹੋਏ ਸੀ। ਦੋਵੇਂ ਬਹੁਤ ਖੁਸ਼ ਸੀ, ਪਰੰਤੂ ਨੋਟਿਸ ਮਿਲਦੇ ਹੀ ਜਿਵੇਂ ਉਹਨਾਂ ਦੀ ਖੁਸ਼ੀਆਂ ਪਰ ਗ੍ਰਹਿਣ ਲੱਗ ਜਾਂਦਾ ਹੈ ਅਤੇ ਨੋਟਿਸ ਪੜ੍ਹਦੇ ਹੀ ਦੋਵੇਂ ਲੋਕ ਬੌਖਲਾ ਜਾਂਦੇ ਹਨ। ਨੋਟਿਸ ਵਿੱਚ ਲਿਖਿਆ ਸੀ ਕਿ ਇਹ ਘਰ ਸਰਕਾਰ ਦੀ ਪ੍ਰੋਪਰਟੀ ਪਰ ਬਣਿਆ ਹੋਇਆ ਹੈ, ਜਿਸ ਨੂੰ ਖਾਲੀ ਕਰਨੇ ਦੇ ਲਈ ਉਹਨਾਂ ਨੂੰ ਕੁੱਲ 10 ਦਿਨਾਂ ਦਾ ਸਮੇਂ ਦਿੱਤਾ ਗਿਆ ਸੀ। ਰਾਜਵੀਰ ਤਾਂ ਨੋਟਿਸ ਮਿਲਦੇ ਹੀ ਸਰਕਾਰੀ ਦਫ਼ਤਰਾਂ ਦੇ ਗੇੜੇ ਲਗਾਉਣ ਲੱਗਾ ਅਤੇ ਨਾ ਜਾਣੇ ਕਿੰਨੇ ਵਕੀਲਾਂ ਨਾਲ ਜਾ ਕੇ ਮਿਲਾ, ਪਰੰਤੂ ਕੋਈ ਗੱਲ ਨਾ ਬਣ ਪਾਈ ਕਿਉਂਕਿ ਭਗਵਾਨ ਵੀ ਐਸੇ ਲੋਕਾਂ ਦਾ ਸਾਥ ਨਹੀਂ ਦਿੰਦੇ। ਅਤੇ ਫਿਰ ਸਿੰਘ ਸਾਹਿਬ ਨੇ ਤਿਗੜਮ ਹੀ ਕੁਝ ਐਸਾ ਲਗਾਇਆ ਸੀ, ਹੁਣ ਕਰੀਏ ਤਾਂ ਕਿਆ ਕਰੀਏ। ਜਦ ਘਰ ਖਾਲੀ ਕਰਨੇ ਵਿੱਚ 3 ਦਿਨ ਦਾ ਸਮੇਂ ਬਚਿਆ ਤਾਂ ਸਿੰਘ ਸਾਹਿਬ ਖੁਦ ਚੱਲ ਕੇ ਰਾਜਵੀਰ ਦੇ ਘਰ ਪਹੁੰਚੇ ਅਤੇ ਇੱਕ ਵਾਰ ਫਿਰ ਉਸ ਨੂੰ 3 ਦਿਨ ਦੇ ਅੰਦਰ ਅੰਦਰ ਘਰ ਖਾਲੀ ਕਰਨੇ ਨੂੰ ਕਿਹਾ। ਰਾਜਵੀਰ ਅਤੇ ਸ਼ਿਖਾ ਨੇ ਵੀ ਤਿਗੜਮ ਲਗਾਉਣੇ ਦੀ ਬਹੁਤ ਕੋਸ਼ਿਸ਼ ਕੀਤੀ ਤਾਂ ਕਿ ਉਹਨਾਂ ਨੂੰ ਆਪਣਾ ਘਰ ਖਾਲੀ ਨਾ ਕਰਨਾ ਪਵੇ, ਪਰੰਤੂ ਸਿੰਘ ਸਾਹਿਬ ਦੇ ਸਾਹਮਣੇ, ਜਿਨ੍ਹਾਂ ਨੂੰ ਦੇਖ ਕੇ ਚੰਗਾ ਚੰਗਾ ਖੌਫ ਖਾ ਜਾਏ, ਉਹਨਾਂ ਦੇ ਸਾਹਮਣੇ ਕਿੱਥੇ ਚੱਲਣੇ ਵਾਲੀ ਸੀ। ਆਖਿਰਕਾਰ 3 ਦਿਨ ਦੇ ਅੰਦਰ ਰਾਜਵੀਰ ਅਤੇ ਸ਼ਿਖਾ ਨੂੰ ਆਪਣਾ ਘਰ ਖਾਲੀ ਕਰਕੇ ਕਿਰਾਏ ਦੇ ਮਕਾਨ ਵਿੱਚ ਆਉਣਾ ਪਿਆ। ਘਰ ਖਾਲੀ ਹੋ ਜਾਣੇ ਦੇ ਬਾਅਦ ਸਿੰਘ ਸਾਹਿਬ ਸ਼ਾਰਦਾ ਜੀ ਅਤੇ ਕਿਸ਼ਨ ਜੀ ਨੂੰ ਸਨਮਾਨ ਦੇ ਨਾਲ ਉਹਨਾਂ ਨੂੰ ਘਰ ਛੱਡ ਕੇ ਆ ਜਾਂਦੇ ਹਨ। ਦੂਜੇ ਪਾਸੇ ਸ਼ਿਖਾ ਅਤੇ ਰਾਜਵੀਰ ਘਰ ਛੱਡ ਦੇਣੇ ਪਰ ਕਾਫੀ ਦੁਖੀ ਸੀ। ਕਿਰਾਏ ਦੇ ਮਕਾਨ ਵਿੱਚ ਆਉਣੇ ਪਰ ਸ਼ਿਖਾ ਅਤੇ ਰਾਜਵੀਰ ਦੇ ਵਿੱਚ ਝਗੜੇ ਵੀ ਕਾਫੀ ਹੋਣ ਲੱਗੇ ਸੀ। ਮੇਰੇ ਵੱਸ ਦਾ ਨਹੀਂ ਹੈ ਇਸ ਖੁੱਡਲੇ ਵਿੱਚ ਰਹਿਣਾ, ਤੁਹਾਨੂੰ ਰਹਿਣਾ ਹੈ ਤਾਂ ਰਹੋ, ਮੈਨੂੰ ਤਾਂ ਮੇਰੀ ਮੰਮੀ ਦੇ ਘਰ ਛੱਡ ਆਓ। ਇੰਨੀ ਗਰਮੀ ਹੈ ਇੱਥੇ, ਮੈਂ ਏਸੀ ਦੇ ਬਿਨਾਂ ਬਿਲਕੁਲ ਵੀ ਨਹੀਂ ਰਹਿ ਸਕਦੀ। ਸ਼ਿਖਾ ਪੈਰ ਪਟਕਦੇ ਹੋਏ ਕਹਿੰਦੀ ਹੈ, ਤੂੰ ਤਾਂ ਇਵੇਂ ਕਹਿ ਰਹੀ ਹੈ ਜਿਵੇਂ ਮੈਂ ਇੱਥੇ ਬੜੀ ਖੁਸ਼ੀ ਨਾਲ ਰਹਿ ਰਿਹਾ ਹਾਂ। ਕੁਝ ਦਿਨਾਂ ਦਾ ਸਬਰ ਕਰ ਲਓ ਯਾਰ, ਮੈਂ ਦੇਖਦਾ ਹਾਂ, ਕਰਦਾ ਹਾਂ ਕਿਸੇ ਚੰਗੇ ਵਕੀਲ ਨਾਲ ਗੱਲ। ਭਾਈ, ਸਾਨੂੰ ਨੋਟਿਸ ਸਰਕਾਰ ਦੀ ਤਰਫ ਤੋਂ ਮਿਲਿਆ ਹੈ। ਸਾਨੂੰ ਸਰਕਾਰ ਦੇ ਵਿਰੁੱਧ ਖੜਾ ਹੋਣਾ ਪਵੇਗਾ, ਜਿਸ ਦੇ ਲਈ ਸਾਨੂੰ ਚੰਗੇ ਵਕੀਲ ਦੀ ਜ਼ਰੂਰਤ ਪਵੇਗੀ ਅਤੇ ਨਾਲ ਨਾਲ ਬਹੁਤ ਸਾਰੇ ਪੈਸਿਆਂ ਦੀ ਵੀ। ਰਾਜਵੀਰ ਪਤਨੀ ਨੂੰ ਸਮਝਾਉਂਦੇ ਹੋਏ ਕਹਿੰਦਾ ਹੈ,
ਮੈਂ ਕੁਝ ਨਹੀਂ ਜਾਣਦੀ। ਚੰਗਾ ਵਕੀਲ ਕਰੋ, ਪੈਸੇ ਲਗਾਓ। ਰਿਸ਼ਵਤ ਦਾ ਪੈਸਾ ਕਦ ਕੰਮ ਆਵੇਗਾ? ਮੈਂ ਤੁਹਾਨੂੰ ਦੱਸ ਦੇ ਰਹੀ ਹਾਂ, ਤੁਹਾਡੇ ਕੋਲ 1 ਮਹੀਨੇ ਦਾ ਸਮਾਂ ਹੈ। ਜੇਕਰ 1 ਮਹੀਨੇ ਵਿੱਚ ਵਾਪਿਸ ਅਸੀਂ ਲੋਕ ਆਪਣੇ ਘਰ ਨਹੀਂ ਗਏ ਤਾਂ ਮੈਂ ਆਪਣੀ ਮੰਮੀ ਦੇ ਇੱਥੇ ਚਲੀ ਜਾਊਂਗੀ। ਸ਼ਿਖਾ ਨੇ ਅੱਖਾਂ ਕੱਢ ਕੇ ਰਾਜਵੀਰ ਨੂੰ ਧਮਕੀ ਦਿੰਦੇ ਹੋਏ ਕਿਹਾ। ਰਾਜਵੀਰ ਉਸਦੀ ਗੱਲ ਸੁਣ ਕੇ ਚੁੱਪ ਰਿਹਾ। ਹੁਣੇ ਰਾਜਵੀਰ ਘਰ ਦੀ ਚਿੰਤਾ ਵਿੱਚ ਹੀ ਘਿਰਿਆ ਹੋਇਆ ਸੀ ਅਤੇ ਕੁਝ ਨਾ ਕੁਝ ਜੁਗਾੜ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਾਨਕ ਇੱਕ ਹੋਰ ਮੁਸੀਬਤ ਉਸਦੇ ਸਿਰ ਪਰ ਆ ਪਈ। ਰਾਜਵੀਰ ਆਪਣੇ ਦਫ਼ਤਰ ਵਿੱਚ ਬੈਠਾ ਘਰ ਦਾ ਹੀ ਸੋਚ ਰਿਹਾ ਸੀ ਕਿ ਬਿਜਲੀ ਵਿਭਾਗ ਦੇ ਸੀਨੀਅਰ ਅਫਸਰ ਦੀ ਤਰਫ ਤੋਂ ਰਿਸ਼ਵਤ ਲੈਣੇ ਦੀ ਵਜ੍ਹਾ ਨਾਲ ਉਸ ਨੂੰ ਅਤੇ ਉਸਦੇ ਦੋ ਹੋਰ ਸਹਿਯੋਗੀਆਂ ਨੂੰ ਸਸਪੈਂਸ਼ਨ ਲੈਟਰ ਮਿਲਿਆ, ਜਿਸ ਵਿੱਚ ਉਸ ਨੂੰ ਪੂਰੇ 1 ਸਾਲ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਨਾਲ ਹੀ ਉਸ ਪਰ 5 ਲੱਖ ਰੁਪਏ ਦਾ ਜੁਰਮਾਨਾ ਵੀ ਲੱਗਾ। ਇਤਫਾਕ ਨਾਲ ਬਿਜਲੀ ਵਿਭਾਗ ਦੇ ਸਭ ਤੋਂ ਸੀਨੀਅਰ ਅਫਸਰ ਸਿੰਘ ਸਾਹਿਬ ਦੇ ਕਰੀਬੀ ਰਿਸ਼ਤੇਦਾਰ ਸੀ ਅਤੇ ਫਿਰ ਰਾਜਵੀਰ ਨੂੰ ਪਹਿਲਾਂ ਵੀ 2-3 ਵਾਰ ਰਿਸ਼ਵਤ ਨਾ ਲੈਣੇ ਅਤੇ ਜਨਤਾ ਨੂੰ ਇਸ ਤਰ੍ਹਾਂ ਪਰੇਸ਼ਾਨ ਨਾ ਕਰਨੇ ਦੀ ਵਾਰਨਿੰਗ ਵੀ ਮਿਲ ਚੁੱਕੀ ਸੀ। ਹੁਣ ਸਸਪੈਂਸ਼ਨ ਲੈਟਰ ਮਿਲਦੇ ਹੀ ਉਸਦਾ ਸਿਰ ਚਕਰਾਉਣ ਲੱਗਾ ਅਤੇ ਅੱਖਾਂ ਦੇ ਅੱਗੇ ਹਨੇਰਾ ਛਾਣ ਲੱਗਾ। ਕਿਸੇ ਤਰ੍ਹਾਂ ਉਸਨੇ ਖੁਦ ਨੂੰ ਸੰਭਾਲਿਆ ਅਤੇ ਵਿਭਾਗ ਵਿੱਚ ਕਈ ਸੀਨੀਅਰ ਅਫਸਰਾਂ ਤੋਂ ਸਸਪੈਂਸ਼ਨ ਲੈਟਰ ਰੁਕਵਾਉਣ ਦੀ ਵੀ ਬੇਨਤੀ ਕੀਤੀ, ਪਰੰਤੂ ਇੱਥੇ ਵੀ ਉਸਦੀ ਇੱਕ ਨਾ ਚੱਲੀ। ਭਾਰੀ ਕਦਮਾਂ ਨਾਲ ਰਾਜਵੀਰ ਘਰ ਆਇਆ ਅਤੇ ਆਉਂਦੇ ਹੀ ਬੈੱਡ ਪਰ ਗਿਰ ਗਿਆ। ਕਿਆ ਹੋਇਆ ਜੀ, ਤੁਹਾਡੀ ਤਬੀਅਤ ਤਾਂ ਠੀਕ ਹੈ ਨਾ? ਸ਼ਿਖਾ ਨੇ ਰਾਜਵੀਰ ਨੂੰ ਇਵੇਂ ਦੇਖਿਆ ਤਾਂ ਪੁੱਛਿਆ। ਰਾਜਵੀਰ ਨੂੰ ਤਾਂ ਜਿਵੇਂ ਸੱਪ ਸੁੰਘ ਗਿਆ ਸੀ। ਉਸਦੇ ਮੂੰਹ ਤੋਂ ਕੁਝ ਨਾ ਨਿਕਲਾ ਅਤੇ ਉਹ ਰੋਣ ਲੱਗਾ। ਰੋਂਦੇ ਰੋਂਦੇ ਉਸਨੇ ਸ਼ਿਖਾ ਨੂੰ ਸਾਰੀ ਗੱਲ ਦੱਸੀ। ਲਓ, ਹੋ ਗਿਆ ਸਾਡਾ ਬੇੜਾ ਗਰਕ। ਹੁਣ ਕਿਆ ਕਰਾਂਗੇ ਅਸੀਂ ਲੋਕ? ਇਸ ਲਈ ਪਿਤਾ ਜੀ ਤੁਹਾਨੂੰ ਮਨਾ ਕਰਦੇ ਸੀ ਰਿਸ਼ਵਤ ਲੈਣੇ ਤੋਂ। ਸ਼ਿਖਾ ਮੂੰਹ ਬਣਾ ਕੇ ਬੋਲੀ। ਇਹ ਤੂੰ ਬੋਲ ਰਹੀ ਹੈ ਸ਼ਿਖਾ? ਤੇਰੇ ਹੀ ਖਰਚੇ ਦੇ ਕਾਰਨ ਅੱਜ ਤੱਕ ਰਿਸ਼ਵਤ ਲੈਂਦਾ ਰਿਹਾ। ਤੂੰ ਹੀ ਸੀ ਜੋ ਮੈਨੂੰ ਰਿਸ਼ਵਤ ਲੈਣੇ ਦੇ ਲਈ ਉਕਸਾਉਂਦੀ ਸੀ। ਪੜੋਸ ਵਿੱਚ ਜਾ ਕੇ ਜਾਣਕਾਰੀ ਜਮ੍ਹਾਂ ਕਰਕੇ ਲਿਆਉਂਦੀ ਸੀ। ਕਿਸ ਦੇ ਘਰ ਵਿੱਚ ਏਸੀ ਹੈ, ਕਿਸ ਦੇ ਘਰ ਵਿੱਚ 2 ਫਰਿੱਜ ਹਨ, ਕਿਸ ਦੇ ਘਰ ਵਿੱਚ ਮਾਈਕ੍ਰੋਵੇਵ ਹੈ, ਕਿੱਥੇ ਛਾਪਾ ਮਾਰਨਾ ਹੈ, ਕਿੱਥੇ ਨਹੀਂ। ਅਤੇ ਹੁਣ ਤੂੰ ਮੈਨੂੰ ਹੀ ਦੋਸ਼ੀ ਠਹਿਰਾ ਰਹੀ ਹੈ ਅਤੇ ਅੱਜ ਤੈਨੂੰ ਪਿਤਾ ਜੀ ਵੀ ਯਾਦ ਆ ਗਏ। ਤੂੰ ਹੀ ਸੀ ਜੋ ਮਾਂ ਜੀ ਅਤੇ ਪਿਤਾ ਜੀ ਨੂੰ ਮਾਰਨੇ ਦਾ ਆਈਡੀਆ ਦੇ ਰਹੀ ਸੀ। ਹੁਣ ਗੱਲਾਂ ਬਣਾ ਰਹੀ ਹੋ। ਵਧਦੇ ਦੋਨਾਂ ਦੇ ਵਿੱਚ ਦਾ ਝਗੜਾ ਕਾਫੀ ਵੱਧ ਜਾਂਦਾ ਹੈ ਅਤੇ ਦੋਵੇਂ ਕੁੱਤੇ ਬਿੱਲੀ ਦੀ ਤਰ੍ਹਾਂ ਲੜਨ ਲੱਗਦੇ ਹਨ। ਰਿਸ਼ਵਤ ਨਾਲ ਕਮਾਏ ਪੈਸਿਆਂ ਨੂੰ ਰਾਜਵੀਰ ਅਤੇ ਸ਼ਿਖਾ ਬਸ ਮੌਜ ਮਸਤੀ ਵਿੱਚ ਉਡਾਉਣਾ ਜਾਣਦੇ ਸੀ। ਪੈਸਾ ਬਚਾਉਣਾ ਉਹਨਾਂ ਨੂੰ ਨਹੀਂ ਆਉਂਦਾ ਸੀ। ਇਸ ਲਈ ਹੁਣ ਹੌਲੀ-ਹੌਲੀ ਸਾਰੇ ਪੈਸੇ ਵੀ ਖਤਮ ਹੋਣ ਲੱਗੇ ਸੀ। ਐਸੇ ਵਿੱਚ ਇੱਕ ਹੋਰ ਨਵੀਂ ਮੁਸੀਬਤ ਆ ਟਪਕੀ। ਮਕਾਨ ਮਾਲਿਕ ਨੇ ਮਕਾਨ ਦਾ ਕਿਰਾਇਆ ਵਧਾਉਣ ਦੀ ਗੱਲ ਕਰ ਦਿੱਤੀ। ਜਦ ਰਾਜਵੀਰ ਨੇ ਕਿਹਾ ਉਹ ਲੋਕ ਇੰਨਾ ਕਿਰਾਇਆ ਨਹੀਂ ਦੇ ਸਕਦੇ ਤਾਂ ਮਕਾਨ ਮਾਲਕ ਨੇ ਸਾਫ਼ ਤੌਰ ਪਰ ਮਕਾਨ ਖਾਲੀ ਕਰਨੇ ਨੂੰ ਬੋਲ ਦਿੱਤਾ, ਕਿਉਂਕਿ ਉਸੀ ਮਕਾਨ ਦਾ ਲੋਕ ਜ਼ਿਆਦਾ ਕਿਰਾਇਆ ਦੇਣੇ ਦੇ ਲਈ ਵੀ ਤਿਆਰ ਸੀ। ਹੁਣ ਤਾਂ ਰਾਜਵੀਰ ਅਤੇ ਸ਼ਿਖਾ ਆਪਣਾ ਸਮਾਨ ਲੈ ਕੇ ਸਿੱਧਾ ਫੁੱਟਪਾਥ ਪਰ ਆ ਗਏ ਸੀ, ਕਿਉਂਕਿ ਰਾਜਵੀਰ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਕੇ ਮੁਹੱਲੇ ਵਾਲਿਆਂ ਅਤੇ ਪੜੋਸੀਆਂ ਨੂੰ ਵੀ ਪਰੇਸ਼ਾਨ ਕਰਦਾ ਸੀ ਅਤੇ ਉਹਨਾਂ ਤੋਂ ਵੀ ਰਿਸ਼ਵਤ ਲੈਣ ਤੋਂ ਵੀ ਨਹੀਂ ਹਟਦਾ ਸੀ। ਆਸ ਪੜੋਸ ਵਿੱਚ ਉਸਦੀ ਛਵੀ ਚੰਗੀ ਨਹੀਂ ਸੀ, ਇਸ ਲਈ ਕੋਈ ਵੀ ਪੜੋਸੀ ਉਸਦੀ ਮਦਦ ਕਰਨ ਦੇ ਲਈ ਤਿਆਰ ਨਹੀਂ ਹੋਇਆ। ਸਭ ਨੇ ਉਸ ਤੋਂ ਕਿਨਾਰਾ ਕਰ ਲਿਆ ਸੀ। ਰਾਜਵੀਰ ਅਤੇ ਸ਼ਿਖਾ ਆਪਣਾ ਸਮਾਨ ਲਏ
ਸੜਕ ਪਰ ਬੈਠੇ ਸੀ ਅਤੇ ਰਾਜਵੀਰ ਆਪਣੇ ਫੋਨ ਘੁਮਾ ਕੇ ਦੂਜੇ ਕਿਰਾਏ ਦੇ ਘਰ ਦਾ ਇੰਤਜ਼ਾਮ ਕਰਨੇ ਵਿੱਚ ਲੱਗਾ ਹੋਇਆ ਸੀ। ਕੋਈ ਮਦਦ ਦੇ ਲਈ ਤਿਆਰ ਨਾ ਹੋਇਆ। ਇੱਕ ਪਾਸੇ ਭੁੱਖ ਨਾਲ ਦੋਨਾਂ ਦੀ ਆਂਦਰਾਂ ਸੁੱਕ ਰਹੀਆਂ ਸੀ ਅਤੇ ਦੂਜੇ ਪਾਸੇ ਤੇਜ਼ ਧੁੱਪ ਉਹਨਾਂ ਦੀ ਜਾਨ ਲੈ ਰਹੀ ਸੀ। ਤਾਂ ਰਾਜਵੀਰ ਅਤੇ ਸ਼ਿਖਾ ਫੁੱਟ ਕੇ ਰੋਣ ਲੱਗੇ ਅਤੇ ਸੋਚਣ ਲੱਗੇ ਕਿ ਅਸੀਂ ਕਿਵੇਂ ਆਸਮਾਨ ਤੋਂ ਸਿੱਧਾ ਜ਼ਮੀਨ ਪਰ ਆ ਟਪਕੇ ਹਾਂ। ਰਾਜਵੀਰ ਨੇ ਰੋਂਦੇ ਸ਼ਿਖਾ ਨੂੰ ਕਿਹਾ ਕਿ ਸ਼ਿਖਾ, ਅੱਜ ਸਾਡੀ ਇਸ ਹਾਲਤ ਦੇ ਜ਼ਿੰਮੇਵਾਰ ਅਸੀਂ ਖੁਦ ਹਾਂ। ਇਸ ਵਿੱਚ ਸਭ ਤੋਂ ਵੱਡੀ ਗਲਤੀ ਮੇਰੀ ਹੈ। ਅਸੀਂ ਜਿਵੇਂ ਆਪਣੇ ਬੁੱਢੇ ਮਾਂ ਪਿਤਾ ਜੀ ਨੂੰ ਅੱਧ ਵਿਚਾਲੇ ਛੱਡਿਆ ਸੀ, ਅੱਜ ਕਿਸਮਤ ਨੇ ਸਾਨੂੰ ਉੱਥੇ ਲਿਆ ਖੜਾ ਕੀਤਾ ਹੈ। ਸ਼ਿਖਾ ਵੀ ਰੋਂਦੇ ਹੋਏ ਬੋਲੀ ਕਿ ਠੀਕ ਕਹਿੰਦੇ ਹੋ ਰਾਜਵੀਰ, ਸਾਨੂੰ ਸਾਡੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ। ਫਿਰ ਆਪਣਾ ਮੱਥਾ ਕੁੱਟਦੇ ਹੋਏ ਕਹਿੰਦੀ ਹੈ, ਮਤੀ ਮਾਰੀ ਗਈ ਸੀ ਮੇਰੀ ਕਿ ਜੋ ਮੈਂ ਮਾਂ ਬਾਪ ਸਨਮਾਨ ਆਪਣੇ ਸੱਸ ਸਹੁਰੇ ਪਰ ਇੰਨਾ ਅਤਿਆਚਾਰ ਕੀਤਾ ਅਤੇ ਇਸ ਉਮਰ ਵਿੱਚ ਉਹਨਾਂ ਨੂੰ ਇਵੇਂ ਭਟਕਣੇ ਦੇ ਲਈ ਮਰਨੇ ਦੇ ਲਈ ਛੱਡ ਦਿੱਤਾ। ਇਸ ਪਰ ਰਾਜਵੀਰ ਬੋਲਦਾ ਹੈ, ਤੂੰ ਤਾਂ ਫਿਰ ਵੀ ਨੂੰਹ ਸੀ, ਪਰੰਤੂ ਮੈਂ ਤਾਂ ਉਹਨਾਂ ਦਾ ਸਗਾ ਇਕਲੌਤਾ ਪੁੱਤ ਸੀ ਜਿਸ ਨੂੰ ਉਹਨਾਂ ਨੇ ਇੰਨੇ ਲਾਡ ਪਿਆਰ ਨਾਲ ਪਾਲਿਆ ਸੀ। ਪਰ ਮੈਂ ਕੈਸਾ ਬਦਕਿਸਮਤ ਨਿਕਲਾ। ਜੋ ਬੋਲਦੇ ਰਾਜਵੀਰ ਜ਼ੋਰ ਨਾਲ ਰੋਣ ਲੱਗਾ। ਉਸਦੀ ਆਵਾਜ਼ ਉਸਦੇ ਗਲੇ ਵਿੱਚ ਅਟਕ ਜਾਂਦੀ ਹੈ। ਮੇਰੀ ਮਾਂ, ਮੇਰੇ ਪਿਤਾ ਜੀ ਨਾ ਜਾਣੇ ਕਿੱਥੇ ਹੋਣਗੇ। ਉਹ ਲੋਕ ਜਿੱਦਾਂ ਵੀ ਹੋਣਗੇ ਜਾਂ ਜਿੰਦਾ ਵੀ ਹੋਣਗੇ ਜਾਂ ਨਹੀਂ। ਇੰਨੇ ਵਿੱਚ ਸ਼ਿਖਾ ਕਹਿੰਦੀ ਹੈ ਕਿ ਅਸੀਂ ਬਹੁਤ ਗਲਤ ਕੀਤਾ, ਚਲੋ ਨਾ ਅਸੀਂ ਮਾਂ ਪਿਤਾ ਜੀ ਨੂੰ ਲੱਭਦੇ ਹਾਂ। ਇੰਨੇ ਵਿੱਚ ਭਾਨੂ ਪ੍ਰਤਾਪ ਸਿੰਘ ਜੀ, ਜੋ ਦੂਰ ਬੈਠੇ ਚਾਹ ਦੀ ਚੁਸਕੀ ਲੈਂਦੇ ਹੋਏ ਇਹ ਸਭ ਨਜ਼ਾਰਾ ਦੇਖ ਰਹੇ ਸੀ, ਉਹਨਾਂ ਦੇ ਕੋਲ ਪਹੁੰਚੇ। ਰਾਜਵੀਰ ਨੇ ਉਹਨਾਂ ਨੂੰ ਦੇਖਦੇ ਹੀ ਪਹਿਚਾਨ ਲਿਆ ਅਤੇ ਬੋਲਿਆ, ਸਰ, ਤੁਸੀਂ ਤਾਂ ਉਹੀ ਅਫਸਰ ਹੋ ਨਾ ਜੋ ਉਸ ਦਿਨ ਘਰ ਆਏ ਸੀ। ਹਾਂ, ਮੈਂ ਉਹੀ ਹਾਂ, ਸਿੰਘ ਸਾਹਿਬ ਨੇ ਕੜਕ ਲਹਿਜੇ ਵਿੱਚ ਜਵਾਬ ਦਿੱਤਾ। ਫਿਰ ਪੁੱਛਿਆ, ਤੁਸੀਂ ਲੋਕ ਇਵੇਂ ਸਮਾਨ ਦੇ ਨਾਲ ਇੱਥੇ ਰੋਡ ਪਰ ਕਿਉਂ ਬੈਠੇ ਹੋ? ਘਰ ਤਾਂ ਤੁਸੀਂ ਕਾਫੀ ਪਹਿਲਾਂ ਖਾਲੀ ਕਰ ਦਿੱਤਾ ਸੀ। ਕਿਆ ਜਦ ਤੋਂ ਇਵੇਂ ਹੀ ਭਟਕ ਰਹੇ ਹੋ ਇੱਧਰ ਉੱਧਰ ਭੂਤਾਂ ਦੀ ਤਰ੍ਹਾਂ? ਦੋਵਾਂ ਨੇ ਇਸ ਗੱਲ ਪਰ ਗਰਦਨ ਝੁਕਾ ਲਈ। ਫਿਰ ਸਿੰਘ ਸਾਹਿਬ ਬੋਲੇ, ਚਲੋ ਬੈਠੋ, ਚਲੋ ਉੱਠੋ, ਮੇਰੀ ਜੀਪ ਵਿੱਚ ਬੈਠੋ। ਸਿੰਘ ਸਾਹਿਬ ਦੀ ਗੱਲ ਸੁਣ ਰਾਜਵੀਰ ਬੋਲਿਆ, ਪਰ ਸਰ, ਸਾਡਾ ਸਮਾਨ ਇੱਥੇ ਰਹਿਣ ਦਿਓ, ਇਹ ਮੈਂ ਗੱਡੀ ਵਿੱਚ ਮੰਗਵਾ ਲਵਾਂਗਾ, ਤੁਸੀਂ ਲੋਕ ਮੇਰੀ ਜੀਪ ਵਿੱਚ ਬੈਠੋ। ਸਿੰਘ ਸਾਹਿਬ ਦਾ ਧੰਨਵਾਦ ਕਰਦੇ ਹੋਏ ਦੋਵੇਂ ਜੀਪ ਵਿੱਚ ਬੈਠ ਜਾਂਦੇ ਹਨ ਅਤੇ ਜਦ ਜੀਪ ਉਹਨਾਂ ਦੇ ਘਰ ਦੇ ਅੱਗੇ ਰੁਕਦੀ ਹੈ ਤਾਂ ਦੋਵੇਂ ਇੱਕ ਨਾਲ ਹੈਰਾਨ ਹੋ ਕੇ ਬੋਲ ਪੈਂਦੇ ਹਨ, ਇਹ ਤਾਂ ਤੁਸੀਂ ਸਾਨੂੰ ਸਾਡੇ ਹੀ ਘਰ ਲੈ ਆਏ। ਅੰਦਰ ਆਉਂਦੇ ਹਨ ਤਾਂ ਉੱਥੇ ਮਾਂ ਅਤੇ ਪਿਤਾ ਜੀ ਨੂੰ ਉੱਥੇ ਦੇਖ ਕੇ ਦੋਵੇਂ ਹੈਰਾਨ ਰਹਿ ਜਾਂਦੇ ਹਨ। ਉਹਨਾਂ ਦੇ ਪੈਰਾਂ ਥੱਲੋਂ ਜਿਵੇਂ ਜ਼ਮੀਨ ਖਿਸਕ ਜਾਂਦੀ ਹੈ। ਖੁਸ਼ੀ, ਪੀੜਾ, ਸ਼ਰਮਿੰਦਗੀ, ਦੁੱਖ, ਸਾਰੇ ਭਾਵ ਉਹਨਾਂ ਦੇ ਮਨ ਵਿੱਚ ਇੱਕ ਨਾਲ ਉਮੜ ਆਉਂਦੇ ਹਨ। ਦੋਵੇਂ ਰੋਂਦੇ ਹੋਏ ਮਾਂ ਪਿਤਾ ਜੀ ਦੇ ਪੈਰਾਂ ਵਿੱਚ ਗਿਰ ਕੇ ਮਾਫ਼ੀ ਮੰਗਣ ਲੱਗਦੇ ਹਨ, ਪਰੰਤੂ ਕਿਸ਼ਨ ਜੀ ਆਪਣੇ ਗੁੱਸੇ ਨੂੰ ਕਾਬੂ ਨਹੀਂ ਕਰ ਪਾਉਂਦੇ ਤਾਂ ਜ਼ੋਰਦਾਰ ਥੱਪੜ ਰਾਜਵੀਰ ਦੇ ਗਲ ਪਰ ਜੜ ਦਿੰਦੇ ਹਨ, ਜਿਸ ਪਰ ਰਾਜਵੀਰ ਆਪਣਾ ਦੂਜਾ ਗਲ ਵੀ ਅੱਗੇ ਕਰਦੇ ਹੋਏ ਕਹਿੰਦਾ ਹੈ ਕਿ ਪਿਤਾ ਜੀ, ਜੋ ਪਾਪ ਅਸੀਂ ਕੀਤੇ ਹਨ ਉਸ ਦੇ ਲਈ ਕਿੰਨੇ ਵੀ ਥੱਪੜ ਘੱਟ ਹਨ। ਫਿਰ ਸਿੰਘ ਸਾਹਿਬ ਦਾ ਡੰਡਾ ਲੈ ਕੇ ਰਾਜਵੀਰ ਪਿਤਾ ਜੀ ਦੇ ਹੱਥ ਵਿੱਚ ਦਿੰਦੇ ਹੋਏ ਬੋਲਦਾ ਹੈ, ਪਿਤਾ ਜੀ, ਤੁਸੀਂ ਮਾਰੋ, ਦੋਨਾਂ ਨੂੰ ਬਹੁਤ ਮਾਰੋ। ਅਸੀਂ ਜੋ ਪਾਪ ਕੀਤੇ ਹਨ ਉਸ ਦੇ ਲਈ ਹਰ ਸਜ਼ਾ ਘੱਟ ਹੈ। ਕਿਸ਼ਨ ਜੀ ਅਤੇ ਸ਼ਾਰਦਾ ਜੀ ਦੀ ਅੱਖਾਂ ਵਿੱਚ ਵੀ ਹੰਝੂ ਆਉਣ ਲੱਗਦੇ ਹਨ। ਫਿਰ ਰਾਜਵੀਰ ਅਤੇ ਸ਼ਿਖਾ ਕਹਿੰਦੇ ਹਨ ਕਿ ਪਿਤਾ ਜੀ, ਭਗਵਾਨ ਨੇ ਸਾਨੂੰ ਸਾਡੇ ਕਰਮਾਂ ਦਾ ਫਲ ਦੇ ਦਿੱਤਾ ਹੈ। ਜੋ ਅਸੀਂ ਤੁਹਾਡੇ ਨਾਲ ਕੀਤਾ ਉਹੀ ਕਿਸਮਤ ਨੇ ਸਾਡੇ ਨਾਲ ਕੀਤਾ। ਹੁਣ ਜਾ ਕੇ ਸਮਝ ਆਇਆ ਕਿ ਮਾਂ-ਬਾਪ ਜੀਵਨ ਭਰ ਮਿਹਨਤ ਕਰਕੇ ਤਿਨਕਾ ਜੋੜ ਕੇ ਕਿਵੇਂ ਘਰ ਖੜਾ ਕਰਦੇ ਹਨ
ਅਸੀਂ ਲੋਕ ਤਾਂ ਇੰਨੇ ਘੱਟ ਸਮੇਂ ਵਿੱਚ ਹੀ ਤਬਾਹ ਹੋ ਗਏ। ਜੇਕਰ ਤੁਸੀਂ ਸਾਨੂੰ ਮਾਫ਼ ਨਹੀਂ ਕੀਤਾ ਤਾਂ ਸਾਨੂੰ ਭਗਵਾਨ ਵੀ ਮਾਫ਼ ਨਹੀਂ ਕਰੇਗਾ। ਸਿੰਘ ਸਾਹਿਬ ਵੀ ਕਿਸ਼ਨ ਜੀ ਅਤੇ ਸ਼ਾਰਦਾ ਜੀ ਨੂੰ ਦੋਨਾਂ ਨੂੰ ਮਾਫ਼ ਕਰਨੇ ਦੇ ਲਈ ਕਹਿੰਦੇ ਹਨ। ਕਿਸ਼ਨ ਜੀ ਅਤੇ ਸ਼ਾਰਦਾ ਜੀ ਉਹਨਾਂ ਨੂੰ ਮਾਫ਼ ਕਰ ਦਿੰਦੇ ਹਨ। ਮਾਫ਼ੀ ਲੈਣੇ ਦੇ ਬਾਅਦ ਰਾਜਵੀਰ ਅਤੇ ਸ਼ਿਖਾ ਆਪਣੇ ਪਾਪ ਦਾ ਦੰਡ ਭੁਗਤਣੇ ਦੇ ਲਈ ਘਰ ਤੋਂ ਨਿਕਲਣ ਦੇ ਲਈ ਦਰਵਾਜ਼ੇ ਤੱਕ ਪਹੁੰਚਦੇ ਹੀ ਹਨ, ਪਰੰਤੂ ਮਾਂ-ਪਿਤਾ ਜੀ ਦੀ ਆਵਾਜ਼ ਉਹਨਾਂ ਨੂੰ ਰੁਕਣੇ ਪਰ ਮਜਬੂਰ ਕਰ ਦਿੰਦੀ ਹੈ। ਕਿਸ਼ਨ ਜੀ ਅਤੇ ਸ਼ਾਰਦਾ ਜੀ ਦੋਨਾਂ ਨੂੰ ਰੋਕ ਕੇ ਗਲੇ ਲਗਾ ਲੈਂਦੇ ਹਨ ਅਤੇ ਬੋਲਦੇ ਹਨ, ਪੁੱਤ ਜੋ ਤੁਸੀਂ ਕੀਤਾ ਭਗਵਾਨ ਨੇ ਉਸ ਦੀ ਸਜ਼ਾ ਤੁਹਾਨੂੰ ਦੇ ਦਿੱਤੀ ਹੈ। ਮਾਫ਼ ਕਰਨੇ ਵਾਲਾ ਤਾਂ ਭਗਵਾਨ ਹੈ। ਮਾਂ-ਬਾਪ ਆਪਣੇ ਬੱਚਿਆਂ ਤੋਂ ਕਿਆ ਚਾਹੁੰਦੇ ਹਨ? ਬਸ ਥੋੜ੍ਹਾ ਜਿਹਾ ਪਿਆਰ ਅਤੇ ਮਾਣ ਸਨਮਾਨ। ਮਾਂ-ਬਾਪ ਬੱਚਿਆਂ ਦੇ ਲਈ ਉਮਰ ਭਰ ਮਿਹਨਤ ਕਰਦੇ ਹਨ ਅਤੇ ਬੱਚੇ ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਬਣਨੇ ਦੀ ਬਜਾਏ ਉਹਨਾਂ ਨੂੰ ਇਸ ਤਰ੍ਹਾਂ ਅੱਧ ਵਿਚਾਲੇ ਵਿੱਚ ਛੱਡ ਦਿੰਦੇ ਹਨ ਤਾਂ ਸੋਚੋ ਉਹਨਾਂ ਦੇ ਦਿਲ ਪਰ ਕਿਆ ਗੁਜ਼ਰਦੀ ਹੈ। ਮਾਂ-ਪਿਤਾ ਜੋ ਕਰਦੇ ਹਨ ਆਪਣੀ ਸੰਤਾਨ ਦੇ ਲਈ ਕਰਦੇ ਹਨ। ਸਾਡੇ ਜਿਉਂਦੇ ਜੀ ਅਤੇ ਸਾਡੇ ਮਰਨੇ ਦੇ ਬਾਅਦ ਵੀ ਜੋ ਕੁਝ ਵੀ ਹੈ ਉਹ ਸਭ ਤੇਰਾ ਹੀ ਤਾਂ ਹੈ। ਸੰਤਾਨ ਹੀ ਤਾਂ ਮਾਂ-ਬਾਪ ਦੇ ਮਿਹਨਤ ਕਰਕੇ ਬਣਾਏ ਗਏ ਆਸ਼ੀਆਨੇ ਦਾ ਸੁੱਖ ਭੋਗਦੀ ਹੈ। ਤੈਨੂੰ ਆਪਣੇ ਕੀਤੇ ਪਰ ਪਛਤਾਵਾ ਹੈ, ਇਹੀ ਸਾਡੇ ਲਈ ਕਾਫੀ ਹੈ। ਮਾਂ-ਬਾਪ ਅਤੇ ਬੱਚਿਆਂ ਦਾ ਮਿਲਣ ਦੇਖ ਕੇ ਸਿੰਘ ਸਾਹਿਬ ਦੀ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਹਨ ਅਤੇ ਉਹ ਆਪਣੇ ਰਾਹ ਦੀ ਤਰਫ ਨਿਕਲ ਪੈਂਦੇ ਹਨ। ਹੁਣ ਰਾਜਵੀਰ ਅਤੇ ਸ਼ਿਖਾ ਸੁਧਰ ਚੁੱਕੇ ਸੀ। ਜੋ ਉਹਨਾਂ ਨੇ ਨਾਟਕ ਕੀਤਾ ਸੀ ਹੁਣ ਉਹ ਦੋਨਾਂ ਨੇ ਸੱਚ ਕਰਕੇ ਦਿਖਾਇਆ। ਹੁਣ ਦੋਨੋਂ ਹੀ ਆਦਰਸ਼ਵਾਦੀ ਨੂੰਹ ਪੁੱਤ ਬਣ ਚੁੱਕੇ ਸੀ। ਫਿਰ 2 ਮਹੀਨੇ ਬਾਅਦ ਇੱਕ ਹੋਰ ਖੁਸ਼ੀ ਨੇ ਘਰ ਵਿੱਚ ਦਸਤਕ ਦਿੱਤੀ। ਸ਼ਿਖਾ ਦੀ ਸੁੰਨੀ ਗੋਦ ਜੋ ਹੁਣ ਤੱਕ ਨਾ ਭਰੀ ਸੀ, ਮਾਂ-ਪਿਤਾ ਜੀ ਦੀ ਦੁਆਵਾਂ ਨਾਲ ਹੁਣ ਭਰ ਗਈ ਸੀ। ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਭ ਲੋਕ ਬਹੁਤ ਖੁਸ਼ ਸੀ ਅਤੇ ਫਿਰ 9 ਮਹੀਨੇ ਬਾਅਦ ਘਰ ਵਿੱਚ ਇੱਕ ਪੁੱਤ ਨੇ ਜਨਮ ਲਿਆ, ਜਿਸ ਦੀ ਕਿਲਕਾਰੀਆਂ ਨਾਲ ਘਰ ਗੂੰਜ ਉੱਠਿਆ। ਹੁਣ ਕਿਸ਼ਨ ਅਤੇ ਸ਼ਾਰਦਾ ਜੀ ਆਪਣੇ ਪੋਤੇ ਨੂੰ ਦੇਖ-ਦੇਖ ਜਿਉਂਦੇ ਅਤੇ ਭਗਵਾਨ ਦਾ ਸ਼ੁਕਰ ਅਦਾ ਕਰਦੇ ਨਾ ਥੱਕਦੇ।